हाँ जी दोस्तों, स्वागत करते हैं एक बार फिर तो ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ ਦੇ ਉੱਪਰ। ਤਾਂ ਦੋਸਤੋ ਆਪਾਂ ਜਲਦੀ PS ਟੈਟ 2 ਫਿਜ਼ੀਕਲ ਐਜੂਕੇਸ਼ਨ ਸਬਜੈਕਟ ਦੇ ਸਿਲੇਬਸ ਦੀ ਜੋ ਪਾਰਟ 2 ਦੀ ਰਿਵੀਜ਼ਨ ਹੈ ਉਹ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰਦੇ ਹਾਂ ਸਾਡੇ ਸਕੈਲੇਟਲ ਸਿਸਟਮ ਬਾਰੇ। ਤਾਂ ਸਕੈਲੇਟਲ ਸਿਸਟਮ ਹੈ ਜਿਹੜਾ ਉਹ ਸਾਡਾ ਹੱਡੀਆਂ ਦਾ ਢਾਂਚਾ ਹੁੰਦਾ। ਬੇਸਿਕਲੀ ਆਪਾਂ ਪਹਿਲਾਂ ਪੜ੍ਹਿਆ ਸੀਗਾ ਕਿ ਸਾਡੇ ਸਰੀਰ ਦੀ ਸਭ ਤੋਂ ਛੋਟੀ ਯੂਨਿਟ ਹੈ ਜਿਹੜੀ ਉਹ ਸੈੱਲ ਹੈ। ਕੁਝ ਸੈਲਸ ਨੂੰ ਮਿਲ ਕੇ ਟਿਸ਼ੂਜ਼ ਬਣਦੇ ਨੇ, ਟਿਸ਼ੂਜ਼ ਤੋਂ ਸਾਡੇ ਜਿਹੜੇ ਨੈਕਸਟ ਹੈਗੇ ਨੇ ਉਹ ਔਰਗਨ ਬਣਦੇ ਨੇ, ਔਰਗਨ ਤੋਂ ਸਿਸਟਮ ਅਤੇ ਸਿਸਟਮ ਤੋਂ ਪੂਰੀ ਬਾਡੀ ਤਿਆਰ ਹੁੰਦੀ ਹੈ। ਤਾਂ ਉਹਨਾਂ ਸਿਸਟਮਸ ਦੇ ਵਿੱਚੋਂ ਆਪਾਂ ਪਹਿਲਾਂ ਪੜ੍ਹਦੇ ਹਾਂ ਸਕੈਲੇਟਲ ਸਿਸਟਮ ਨੂੰ। ਸਕੈਲੇਟਲ ਸਿਸਟਮ ਹੈ ਜਿਹੜਾ ਇਹਦੇ ਵਿੱਚ ਮੇਨਲੀ ਕੀ ਨੇ, ਸਾਡੀਆਂ ਬੋਨਸ ਨੇ। ਇਹਨਾਂ ਹੱਡੀਆਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਐਕਸੀਅਲ ਹੈਗਾ ਅਤੇ ਅਪੈਂਡੀਕੂਲਰ ਹੈਗਾ। ਤਾਂ ਐਕਸੀਅਲ ਜਿਹੜਾ ਸਾਡਾ ਸਕੈਲੇਟਲ ਹੈਗਾ ਇਹਦੇ ਵਿੱਚ ਮੇਨਲੀ 80 ਹੱਡੀਆਂ ਹੁੰਦੀਆਂ ਨੇ। ਤਾਂ ਇਹਦੇ ਵਿੱਚ ਹੈੱਡ, ਚੈਸਟ ਦੀਆਂ ਅਤੇ ਬੈਕ ਦੀਆਂ ਹੱਡੀਆਂ ਹੁੰਦੀਆਂ ਨੇ। ਅਪੈਂਡੀਕੂਲਰ ਸਕੈਲੇਟਲ ਦੇ ਵਿੱਚ ਹੁੰਦੀਆਂ ਨੇ ਸਾਡੀਆਂ ਲੈਗਸ ਅਤੇ ਆਰਮਸ ਬੋਨ, ਅਤੇ ਇਹਨਾਂ ਦੀ ਗਿਣਤੀ ਟੋਟਲ 126 ਹੈ। ਅੱਗੇ ਦੇਖ ਲੈਂਦੇ ਹਾਂ ਜੀ ਅਸੀਂ ਐਕਸੀਅਲ ਸਕੈਲੇਟਲ ਦੇ ਵਿੱਚ ਆ ਜਾਂਦੇ ਨੇ ਕਰੇਨੀਅਲ ਸਾਡੀਆਂ ਬੋਨਸ ਆ ਜਾਂਦੀਆਂ ਨੇ, ਤਾਂ ਇਹਨਾਂ ਦੀ ਗਿਣਤੀ ਹੈਗੀ ਆ 8 ਸਾਡੇ ਕੋਲ। ਫੇਸ਼ੀਅਲ ਬੋਨਸ ਆ ਜਾਂਦੇ ਨੇ, ਇਹਨਾਂ ਦੀ ਗਿਣਤੀ ਸਾਡੇ ਕੋਲ ਹੈਗੀ ਹੈ ਜੀ 14। ਅੱਗੇ ਸਾਡੇ ਕੋਲ ਹਾਈਓਡ ਬੋਨ ਆਉਂਦੀ ਹੈ, ਸਾਡੇ ਗਲੇ ਦੀ ਹੱਡੀ ਇਹ 1 ਹੁੰਦੀ ਹੈ ਜੀ। ਵਰਟੀਬਰੇ ਕੋਲਮ ਨੇ ਜਿਹੜੀਆਂ ਇਹ ਸਾਡੇ 26 ਹੁੰਦੀਆਂ ਨੇ। ਥਰੋਕੇ ਕੇਜ ਆ ਜਿਹੜਾ ਇਹ ਸਾਡੇ 'ਚ ਹੁੰਦਾ ਜੀ 1 ਸਾਡੇ ਕੋਲ। ਇਸ ਦੇ ਵਿੱਚ ਸਟਰਨਮ ਹੈ ਅਤੇ 12 ਜੋੜੇ ਨੇ ਜਿਹੜੇ ਉਹ ਰਿਬਸ 'ਤੇ ਹੁੰਦੇ ਨੇ। ਟੋਟਲ 24 ਸਾਡੇ ਕੋਲ ਰਿਬਸ ਹੁੰਦੀਆਂ ਨੇ। ਤਾਂ ਇਹਦੇ ਵਿੱਚ ਇਹ ਵੀ ਦੇਖ ਲਿਓ ਜੀ, ਇਸ ਦੇ ਵਿੱਚ ਸਾਡੇ ਕੋਲ ਕਰੇਨੀਅਲ ਬੋਨ ਸੀ, ਫੇਸ਼ੀਅਲ ਬੋਨ ਸੀ। ਇਸ ਤੋਂ ਇਲਾਵਾ ਇੱਕ ਸਾਡੇ ਕੋਲ ਈਅਰਸ ਦੀਆਂ ਬੋਨਸ ਹੁੰਦੀਆਂ ਨੇ ਜਿਹੜੀਆਂ ਸਭ ਤੋਂ ਛੋਟੀ ਹੱਡੀ ਆ ਉਹ ਵੀ ਸਾਡੇ ਕੰਨ ਦੇ ਵਿੱਚ ਪਾਈ ਜਾਂਦੀ ਹੈ, ਜਿਹਨੂੰ ਅਸੀਂ ਸਟੇਪਸ ਕਹਿੰਦੇ ਹਾਂ। ਤਾਂ 6 ਹੱਡੀਆਂ ਸਾਡੇ ਕੰਨ ਦੇ ਵਿੱਚ ਪਾਈਆਂ ਜਾਂਦੀਆਂ ਨੇ। ਅਪੈਂਡੀਕੂਲਰ ਸਕੈਲੇਟਲ ਹੈ ਜਿਹੜੇ ਇਹਦੇ ਵਿੱਚ 126 ਹੱਡੀਆਂ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲਾਂ ਸਾਡਾ ਮੋਢਿਆਂ ਵਾਲਾ ਰੀਜਨ ਹੈ ਜਿਹੜਾ ਇਹ ਸ਼ੁਰੂ ਹੁੰਦਾ ਹੈ। ਤਾਂ ਸਭ ਤੋਂ ਪਹਿਲਾਂ ਕਲੈਵੀਕਲ ਬੋਨਸ ਨੇ ਜਿਹੜੀਆਂ ਮੋਢੇ ਦੀਆਂ ਹੱਡੀਆਂ ਸਾਡੀਆਂ, ਜਿਹਨੂੰ ਹੰਸ ਦੀ ਹੱਡੀ ਵੀ ਕਹਿ ਦਿੰਦੇ ਹਾਂ। ਦੂਸਰਾ ਸਾਡਾ ਸਕੈਪੂਲਾ ਜਿਹੜਾ ਬੈਕ ਸਾਈਡ ਵਾਲਾ ਆ ਜਾਂਦਾ ਹੈ। ਤਾਂ ਸਕੈਪੂਲਾ ਵੀ 2 ਨੇ, ਕਲੈਵੀਕਲ ਵੀ 2 ਨੇ। ਉਸ ਤੋਂ ਅੱਗੇ ਸਾਡੀ ਅੱਪਰ ਐਕਸਟ੍ਰੀਮਿਟੀ ਸ਼ੁਰੂ ਹੁੰਦੀਆਂ ਨੇ, ਜਿਹਨੂੰ ਅਸੀਂ ਬਾਹਾਂ ਦੀਆਂ ਹੱਡੀਆਂ ਕਹਿੰਦੇ ਹਾਂ। ਇਹਦੇ ਵਿੱਚ 2 ਹਿਊਮਰਸ, 2 ਰੇਡੀਅਸ, 2 ਅਲਨਾ, 16 ਕਾਰਪਲਸ ਨੇ, 10 ਮੈਟਾਕਾਰਪਲਸ ਨੇ ਅਤੇ 28 ਫਲੈਂਜਿਸ ਨੇ। ਉਸ ਤੋਂ ਅੱਗੇ ਸਾਡੀਆਂ ਲੋਅਰ ਐਕਸਟ੍ਰੀਮਿਟੀਜ਼ ਦੇ ਵਿੱਚ ਪੈਲਵਿਕ ਗਿਡਲ ਆ ਜਾਂਦਾ ਹੈ। ਇਹਦੇ ਵਿੱਚ ਬੇਸਿਕਲੀ ਸਾਡੀ ਜਿਹੜੀ ਪੈਲਵਿਕ ਬੋਨਸ ਨੇ ਉਹ 2 ਹੁੰਦੀਆਂ ਨੇ, ਪਰ ਐਕਚੁਅਲ ਦੇ ਵਿੱਚ ਇਹ 6 ਨੇ। ਆਪਾਂ ਨੇ ਪਹਿਲਾਂ ਵੀ ਪੜ੍ਹਿਆ ਸੀ। ਇਹ ਡਿਫਿਊਜ਼ ਹੋ ਜਾਂਦੀਆਂ ਨੇ ਬੋਨਸ ਨੇ ਜਿਹੜੀਆਂ। ਬੇਸਿਕਲੀ ਇਹ ਜਿਹੜੀਆਂ ਬੋਨਸ ਨੇ ਪਿਊਬਿਸ ਹੁੰਦੀ ਹੈ, ਈਸ਼ੀਅਮ ਹੁੰਦੀ ਹੈ ਅਤੇ ਈਲੀਅਮ। ਇਹਨਾਂ 3 ਬੋਨਸ ਨੂੰ ਮਿਲ ਕੇ ਜਿਹੜੀ ਹੈ ਇੱਕ ਹੱਡੀ ਉਹ ਪੂਰੀ ਕੰਪਲੀਟ ਤਿਆਰ ਹੁੰਦੀ ਹੈ। ਇਸ ਤਰ੍ਹਾਂ ਨੀਚੇ ਆ ਜਾਂਦੀਆਂ ਨੇ ਸਾਡੇ ਫੀਮਰ ਬੋਨ ਆ ਜਾਂਦੀ, ਜਿਹਨੂੰ ਪੱਟ ਦੀ ਹੱਡੀ ਕਹਿੰਦੇ ਆ ਜੀ। ਪੱਟ ਦੀਆਂ ਹੱਡੀਆਂ ਨੇ ਜਿਹੜੀਆਂ 2 ਹੁੰਦੀਆਂ ਨੇ। ਸਭ ਤੋਂ ਲੰਮੀ ਹੱਡੀ ਹੈ ਪੱਟ ਦੀ। ਟੀਬੀਆ ਬੋਨ ਆ ਜਾਂਦੀ ਹੈ, ਸੈਕਿੰਡ ਲੌਂਗੈਸਟ ਬੋਨ ਹੈ ਸਾਡੇ ਸਰੀਰ ਦੀ। ਇਹ ਨੀਚੇ ਵਾਲਾ ਪਾਰਟ ਆ ਜਾਂਦਾ ਜੀ ਸਾਡੇ ਇੱਥੇ ਸਟਰਕਚਰ ਦੇ ਵਿੱਚ ਦੇਖ ਰਹੇ ਹੋ ਜਿਹੜਾ ਡਾਇਗਰਾਮ ਹੈ। ਪਟੇਲਾ ਆ ਜਾਂਦਾ, ਗੋਡੇ ਦੀ ਚੱਪਣੀ ਕਹਿੰਦੇ ਆ। ਟਾਰਸਲ ਗਿੱਟੇ ਦੀਆਂ ਹੱਡੀਆਂ ਆ ਜਾਂਦੀਆਂ ਨੇ। ਮੈਟਾਟਾਰਸਲਸ ਆ ਜਾਂਦੇ ਨੇ ਜਿਹੜੇ ਸਾਡੇ ਅੱਗੇ ਪੈਰਾਂ ਦੀ ਹਥੇਲੀ ਕਹਿ ਦਿੰਦੇ ਆ, ਜਿਹਨੂੰ ਫਲੈਂਜਿਸ ਜਿਹੜੀਆਂ ਸਾਡੀਆਂ ਪੈਰਾਂ ਦੀਆਂ ਉਂਗਲਾਂ ਨੇ। ਅੱਗੇ ਇੱਕ ਡਾਇਗਰਾਮ ਬਣਾਇਆ ਹੋਇਆ, ਤੁਸੀਂ ਦੇਖ ਸਕਦੇ ਹੋ ਕਿਵੇਂ ਐਕਸੀਅਲ ਸਕੈਲੇਟਲ 'ਚ ਕਿਹੜੀਆਂ ਬੋਨਸ ਹੁੰਦੀਆਂ ਨੇ, ਕਿਵੇਂ ਡਿਵਾਈਡ ਕੀਤਾ ਹੋਇਆ। ਇਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਅਪੈਂਡੀਕੂਲਰ ਸਕੈਲੇਟਲ ਹੈ ਉਹਦੀਆਂ ਕਿਹੜੀਆਂ ਬੋਨਸ ਨੇ ਅਤੇ ਕਿਵੇਂ ਉਹਨਾਂ ਨੂੰ ਡਿਵਾਈਡ ਕੀਤਾ ਹੋਇਆ ਹੈ। ਆਡੀਟਰੀ ਓਸੀਕਲਸ ਜਿਹੜੀਆਂ ਕੰਨ ਦੀਆਂ ਹੱਡੀਆਂ ਸੀ ਉਹ ਪਹਿਲਾਂ ਰਹਿ ਗਈਆਂ ਸੀ, ਉਹ ਅਸੀਂ ਇੱਥੇ ਮੈਂਸ਼ਨ ਕੀਤੀਆਂ ਨੇ। ਨੈਕਸਟ ਚੱਲਦੇ ਹਾਂ ਜੀ ਜੁਆਇੰਟ, ਜਿੱਥੇ 2 ਹੱਡੀਆਂ ਮਿਲਦੀਆਂ ਨੇ ਉਹਨੂੰ ਅਸੀਂ ਜੋੜ ਕਹਿੰਦੇ ਹਾਂ। ਤਾਂ ਜੋੜ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਸਕੈਲੇਟਲ ਸਿਸਟਮ ਦੇ ਵਿੱਚ ਪਾਏ ਜਾਂਦੇ ਨੇ। 3 ਤਰ੍ਹਾਂ ਦੇ ਜੋੜ ਹੁੰਦੇ ਨੇ। ਇਮੂਵੇਬਲ ਜੁਆਇੰਟ, ਜਿਹਨੂੰ ਅਸੀਂ ਉਹ ਜੋੜ ਕਹਿੰਦੇ ਹਾਂ ਜਿਨ੍ਹਾਂ 'ਚ ਬਿਲਕੁਲ ਹਰਕਤਾਂ ਨਹੀਂ ਹੋ ਸਕਦੀਆਂ। ਸਲਾਈਟਲੀ ਮੂਵੇਬਲ, ਜਿਨ੍ਹਾਂ 'ਚ ਥੋੜ੍ਹੀਆਂ ਬਹੁਤ ਹਰਕਤਾਂ ਹੋ ਸਕਦੀਆਂ ਨੇ। ਫ੍ਰੀ ਮੂਵੇਬਲ, ਜਿਨ੍ਹਾਂ 'ਚ ਖੁੱਲ੍ਹੀਆਂ ਹਰਕਤਾਂ ਹੁੰਦੀਆਂ ਨੇ। ਤਾਂ ਜਿਹੜੇ ਇਮੂਵੇਬਲ ਜੁਆਇੰਟ ਨੇ ਇਹਨਾਂ ਨੂੰ ਫਾਈਬਰਸ ਜੁਆਇੰਟ ਵੀ ਕਹਿ ਦਿੰਦੇ ਹਾਂ, ਜਾਂ ਅਸੀਂ ਨਾਰਥਰੋਸਿਸ ਜੁਆਇੰਟ ਵੀ ਕਹਿ ਦਿੰਦੇ ਹਾਂ। ਸਲਾਈਟਲੀ ਮੂਵੇਬਲ ਨੂੰ ਅਸੀਂ ਕਾਰਟਿਲੇਜਸ ਜੁਆਇੰਟਸ ਵੀ ਕਹਿ ਦਿੰਦੇ ਹਾਂ, ਅਤੇ ਜਾਂ ਫਿਰ ਐਮਪੀ ਆਰਥਰੋਸਿਸ ਜੁਆਇੰਟ ਵੀ ਕਹਿ ਦਿੰਦੇ ਹਾਂ। ਫ੍ਰੀ ਮੂਵੇਬਲ ਜੁਆਇੰਟ ਨੇ ਜਿਹੜੇ ਇਹਨਾਂ ਨੂੰ ਡਾਇਆਰਥਰੋਸਿਸ ਜੁਆਇੰਟ ਵੀ ਕਹਿ ਦਿੰਦੇ ਹਾਂ, ਅਤੇ ਜਾਂ ਫਿਰ ਸਾਈਨੋਵੀਅਲ ਜੁਆਇੰਟ ਵੀ ਕਹਿ ਦਿੰਦੇ ਹਾਂ। ਤਾਂ ਇੱਥੇ ਵੀ ਅਸੀਂ ਲਿਖਿਆ ਸਾਈਨੋਵੀਅਲ ਜੁਆਇੰਟ। ਉਹ ਤੋਂ ਬਾਅਦ ਜਿਹੜੇ ਸਾਈਨੋਵੀਅਲ ਜਾਂ ਫ੍ਰੀ ਮੂਵੇਬਲ ਜੁਆਇੰਟ ਨੇ ਇਹ 6 ਤਰ੍ਹਾਂ ਦੇ ਹੁੰਦੇ ਨੇ। ਪੀਵਟ ਜੁਆਇੰਟ ਹੁੰਦਾ ਜੀ, ਹਿੰਜ ਜੁਆਇੰਟ, ਸੈਡਲ ਜੁਆਇੰਟ, ਕੰਡਵਾਇਲਡ ਜੁਆਇੰਟ ਹੁੰਦਾ, ਗਲਾਈਡਿੰਗ ਜੁਆਇੰਟ ਹੁੰਦਾ, ਐਂਡ ਬਾਲ ਐਂਡ ਸੌਕਟ ਜੁਆਇੰਟ ਹੁੰਦਾ। ਤਾਂ ਇਹਨਾਂ ਦੀਆਂ ਐਗਜ਼ਾਮਪਲਸ ਨਾਲ ਦਿੱਤੀਆਂ ਹੋਈਆਂ ਨੇ, ਕਿਹੜੀਆਂ ਨੇ ਐਗਜ਼ਾਮਪਲ ਤੁਸੀਂ ਸਕਰੀਨਸ਼ਾਟ ਤੋਂ ਪੜ੍ਹ ਲਿਓ ਇੱਕ ਵਾਰ। ਅੱਗੇ ਆ ਗਈ ਆ ਬੋਨਸ ਹੀ। ਬੋਨਸ ਨੇ ਜਿਹੜੀਆਂ ਇਹ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਤੋਂ ਬਣੀਆਂ ਹੁੰਦੀਆਂ ਨੇ। ਤਾਂ ਸਾਡੇ ਸਰੀਰ 'ਚ 5 ਤਰ੍ਹਾਂ ਦੀਆਂ ਬੋਨਸ ਪਾਈਆਂ ਜਾਂਦੀਆਂ ਨੇ। ਲੌਂਗ ਬੋਨਸ ਨੇ, ਸ਼ਾਰਟ ਬੋਨ ਨੇ, ਰੈਗੂਲਰ ਬੋਨ ਨੇ, ਫਲੈਟ ਬੋਨ ਨੇ ਅਤੇ ਸੀਸਾਮੋਇਡ ਬੋਨਸ ਨੇ। ਉਸ ਤੋਂ ਅੱਗੇ ਗੱਲ ਕਰਦੇ ਹਾਂ ਅਸੀਂ ਕਾਰਟਿਲੇਜ ਦੀ ਜੀ, ਜਿਹੜਾ ਹੱਡੀਆਂ ਦੇ ਵਿੱਚ ਕੁਸ਼ਨ ਦਾ ਕੰਮ ਕਰਦਾ। ਹਾਈਲਾਈਨ ਕਾਰਟਿਲੇਜ ਹੁੰਦਾ, ਇਲਾਸਟਿਕ ਕਾਰਟਿਲੇਜ ਹੁੰਦਾ, ਫਾਈਬਰਸ ਕਾਰਟਿਲੇਜ। ਇਹ 3 ਤਰ੍ਹਾਂ ਦੇ ਕਾਰਟਿਲੇਜ ਹੁੰਦੇ ਨੇ। ਲੀਗਾਮੈਂਟ ਜਿਹੜਾ 2 ਹੱਡੀਆਂ ਨੂੰ ਆਪਸ ਦੇ ਵਿੱਚ ਜੋੜਦਾ ਜੀ, ਉਹਨੂੰ ਲੀਗਾਮੈਂਟ ਕਹਿੰਦੇ ਨੇ। ਟੈਂਡਨ ਕਹਿੰਦੇ ਨੇ ਜੀ ਜਿਹੜੀ ਮਸਲਸ ਨੂੰ ਸਾਡੇ
ਬੋਨ ਦੇ ਨਾਲ ਅਟੈਚ ਕਰਦੀ ਹੈ, ਜਾਂ ਟੇਪਰਿੰਗ ਪਾਰਟ ਆਫ ਮਸਲ ਵੀ ਕਹਿ ਸਕਦੇ ਹਾਂ ਅਸੀਂ ਟੈਂਡਨ ਨੂੰ। ਅੱਗੇ ਗੱਲ ਕਰਦੇ ਹਾਂ ਜੀ ਅਸੀਂ ਮਸਕੂਲਰ ਸਿਸਟਮ ਦੀ। ਮਸਲ ਇੱਕ ਸਪੈਸ਼ਲ ਟਿਸ਼ੂ ਹੈ ਜਿਹੜਾ ਕਿ ਸਾਡੇ ਸਰੀਰ ਦੇ ਵਿੱਚ ਹਰਕਤਾਂ ਪੈਦਾ ਕਰਦਾ। ਤਾਂ ਮਸਲਸ ਨੇ ਜਿਹੜੇ, ਇਹਨਾਂ ਨੂੰ ਬੇਸਿਕਲੀ ਅਸੀਂ ਤਿੰਨ ਭਾਗਾਂ 'ਚ ਡਿਵਾਈਡ ਕਰ ਸਕਦੇ ਹਾਂ: ਸਕੈਲੇਟਲ ਮਸਲ, ਸਮੂਥ ਮਸਲ ਐਂਡ ਕਾਰਡੀਅਕ ਮਸਲ। ਤਾਂ ਜਿਹੜੇ ਸਕੈਲੇਟਲ ਮਸਲ ਨੇ ਉਹ ਵੋਲੰਟਰੀ ਮਸਲਸ ਹੁੰਦੇ ਨੇ, ਜਿਹੜੇ ਸਾਡੀਆਂ ਹੱਡੀਆਂ ਦੇ ਨਾਲ ਅਟੈਚਡ ਹੁੰਦੇ ਨੇ। ਸਮੂਥ ਮਸਲ ਜਿਹੜੇ ਅੰਦਰਲੇ ਸਿਸਟਮਸ ਦੇ ਵਿੱਚ ਹੁੰਦੇ ਨੇ ਸਾਡੇ, ਜਿਵੇਂ ਡਾਈਜੈਸਟਿਵ ਸਿਸਟਮ ਦੇ ਮਸਲ ਆ ਗਏ, ਜਾਂ ਰੈਸਪੀਰੇਟਰੀ ਸਿਸਟਮ ਦੇ ਮਸਲ ਆ ਗਏ, ਜਾਂ ਐਕਸਕ੍ਰੀਟਰੀ ਸਿਸਟਮ ਦੇ ਮਸਲ ਆ ਗਏ। ਕਾਰਡੀਅਕ ਮਸਲ ਨੇ ਜਿਹੜੇ, ਕਾਰਡੀਅਕ ਮਸਲ ਸਾਡੇ ਹਾਰਟ ਦੇ ਵਿੱਚ ਪਾਏ ਜਾਂਦੇ ਨੇ, ਇਹ ਇਨਵੋਲੰਟਰੀ ਟਾਈਪ ਹੁੰਦੇ ਨੇ ਵੀ। ਤਾਂ ਇਹ ਤਿੰਨ ਤਰ੍ਹਾਂ ਦੇ ਜਿਹੜੇ ਸਾਡੇ ਸਰੀਰ ਦੇ ਵਿੱਚ ਮਸਲ ਨੇ ਉਹ ਪਾਏ ਜਾਂਦੇ ਨੇ। ਤਾਂ ਜਿਹੜੇ ਸਕੈਲੇਟਲ ਤੇ ਕਾਰਡੀਅਕ ਮਸਲ ਨੇ ਸਟ੍ਰੀਏਟਡ ਹੁੰਦੇ ਨੇ, ਤੇ ਜਿਹੜੇ ਸਮੂਥ ਮਸਲਸ ਨੇ ਇਹਨਾਂ ਦੇ ਇਹ ਨਾਨ ਸਟ੍ਰੀਏਟਡ ਹੁੰਦੇ ਨੇ, ਜਿਹੜੇ ਸਮੂਥ ਮਸਲ ਨੇ ਸਾਡੇ ਕੋਲ। ਅੱਗੇ ਚੱਲਦੇ ਹਾਂ ਜੀ। ਅੱਗੇ ਸਾਡੇ ਕੋਲ ਆ ਗਏ ਕੰਪੋਨੈਂਟਸ ਆਫ ਸਕੈਲੇਟਲ ਮਸਲ। ਜਿਹੜਾ ਸਾਡਾ ਸਕੈਲੇਟਲ ਮਸਲ ਹੈ, ਸਕੈਲੇਟਲ ਮਸਲ ਦੇ ਕੰਪੋਨੈਂਟਸ ਨੇ ਜਿਹੜੇ ਉਹ ਕਿਹੜੇ ਕਿਹੜੇ ਨੇ। ਤਾਂ ਜੇ ਸਾਡਾ ਸਕੈਲੇਟਲ ਮਸਲ ਦਾ ਸਟਰਕਚਰ ਦੇਖੀਏ, ਕੁਝ ਐਵੇਂ ਦਾ ਤੁਹਾਨੂੰ ਦੇਖਣ ਨੂੰ ਮਿਲੂਗਾ। ਤਾਂ ਵੱਡਾ ਭਾਗ ਹੁੰਦਾ ਟੈਂਡਨ ਦੇ ਨਾਲ, ਹੱਡੀ ਦੇ ਨਾਲ ਜੁੜਿਆ ਹੁੰਦਾ। ਤਾਂ ਇਹਨਾਂ ਦੀਆਂ ਜਿਹੜੀਆਂ ਬਾਹਰੀਆਂ ਲੇਅਰਸ ਹੁੰਦੀਆਂ ਨੇ, ਮਸਲ ਬੈਲੀ ਬੋਲਦੇ ਆ ਇਹਨੂੰ ਅਸੀਂ, ਮਸਲ ਬੰਡਲ ਬੋਲਦੇ ਆ ਇਹਨੂੰ, ਮਸਲ ਫਾਈਬਰ ਬੋਲਦੇ ਆ। ਲਾਸਟ ਪਾਰਟ ਹੁੰਦਾ ਸਾਡਾ ਮਾਇਓ ਫਾਈਬਰਲ। ਅਗਲੀ ਸਲਾਈਡ ਦੇ ਵਿੱਚ ਦੇਖ ਲੈਂਦੇ ਹਾਂ ਅਸੀਂ। ਅਗਲੀ ਸਲਾਈਡ ਦੇ ਵਿੱਚ ਦੇਖੋ, ਸਭ ਤੋਂ ਪਹਿਲਾਂ ਜਿਹੜੀ ਬੋਨ ਆਉਂਦੀ ਹੈ, ਬੋਨ ਟੈਂਡਨ ਦੇ ਨਾਲ ਜਿਹੜਾ ਮਸਲ ਨੂੰ ਜੋੜ ਕੇ ਰੱਖਦੀ ਹੈ। ਉਸ ਤੋਂ ਬਾਅਦ ਜਿਹੜੀ ਸਭ ਤੋਂ ਬਾਹਰਲੀ ਪਰਤ ਹੈ ਮਸਲ ਦੀ, ਉਹਨੂੰ ਅਸੀਂ ਐਪੀਮਾਈਜ਼ੀਅਮ ਕਹਿੰਦੇ ਹਾਂ। ਤਾਂ ਉਸ ਦੇ ਵਿੱਚੋਂ ਇੱਕ ਬੰਡਲ ਨਿਕਲਦਾ ਜਿਹਨੂੰ ਫੈਸੀਕਲਸ ਕਹਿੰਦੇ ਹਾਂ। ਫੈਸੀਕਲਸ ਦੇ ਉੱਪਰ ਜਿਹੜੀ ਲੇਅਰ ਚੜੀ ਹੁੰਦੀ ਹੈ ਉਹਨੂੰ ਪੈਰੀਮਾਈਜ਼ੀਅਮ ਕਹਿੰਦੇ ਹਾਂ ਅਸੀਂ। ਤਾਂ ਇਹਦੇ ਵਿੱਚੋਂ ਜਿਹੜਾ ਮਸਲ ਸੈੱਲ ਨਿਕਲਦਾ, ਜਿਹੜਾ ਸਭ ਤੋਂ ਛੋਟਾ ਪਾਰਟ ਹੈ ਸਾਡੀ ਮਸਲ ਦਾ, ਤਾਂ ਜਿਹੜਾ ਸਟਰਕਚਰਲ ਯੂਨਿਟ ਕਹਿ ਸਕਦੇ ਹਾਂ ਮਸਲ ਸੈੱਲ ਨੂੰ, ਜਿਹਨੂੰ ਮਾਇਓਫਾਈਬਰ ਵੀ ਕਹਿ ਦਿੰਦੇ ਹਾਂ। ਤਾਂ ਇਹਦੇ ਉੱਪਰ ਜਿਹੜੀ ਲੇਅਰ ਹੈ ਇੱਕ ਉਹ ਚੜੀ ਹੁੰਦੀ ਹੈ ਮਸਲ ਸੈੱਲ ਦੇ ਉੱਪਰ, ਉਹਨੂੰ ਐਂਡੋਮਾਈਜ਼ੀਅਮ ਕਹਿੰਦੇ ਹਾਂ ਅਸੀਂ ਜੀ। ਅਤੇ ਉਸ ਤੋਂ ਬਾਅਦ ਆ ਜਾਂਦੀ ਹੈ ਸਾਡੀ ਇਹਦੇ ਵਿੱਚ ਹੀ ਸਾਡੇ ਐਕਟਿਨ ਤੇ ਜਿਹੜੇ ਮਾਇਓਸਿਨ ਫਿਲਾਮੈਂਟ ਆ ਜਾਂਦੇ ਨੇ। ਇਹਦੇ ਵਿੱਚੋਂ ਜੇ ਹੋਰ ਅੱਗੇ ਜਾਈਏ ਤਾਂ ਮਾਇਓਫਾਈਬਰਲ ਨਿਕਲ ਆਉਂਦਾ। ਸਾਰਕੋਮੀਅਰ ਅਸੀਂ ਇੰਨਾ ਡੀਪ ਨਹੀਂ ਜਾਣਾ, ਜਸਟ ਤੁਸੀਂ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਕਿ ਕਿਹੜੀ ਜਗ੍ਹਾ 'ਤੇ ਕਿਹੜੀ ਲੇਅਰ ਹੈ ਜਿਹੜੀ ਉਹ ਪਾਈ ਜਾਂਦੀ ਹੈ। ਅੱਗੇ ਜੀ ਥੋੜ੍ਹਾ ਡਿਫਰੈਂਸ ਦੱਸਿਆ ਹੋਇਆ ਕਿ ਸਕੈਲੇਟਲ ਮਸਲ, ਸਮੂਥ ਮਸਲ ਐਂਡ ਕਾਰਡੀਅਕ ਮਸਲ ਦੇ ਵਿੱਚ ਕੀ ਡਿਫਰੈਂਸ ਹੈ ਜਿਹੜਾ ਉਹ ਹੈਗਾ। ਤਾਂ ਅੱਗੇ ਡਿਫਰੈਂਸ ਕਾਰਟਿਲੇਜ, ਟੈਂਡਨ ਐਂਡ ਲੀਗਾਮੈਂਟ ਦੇ ਵਿੱਚ ਦੱਸਿਆ ਹੋਇਆ। ਕਾਰਟਿਲੇਜ ਹੈ ਜਿਹੜਾ, ਇਹ ਅਸੀਂ ਪਹਿਲਾਂ ਗੱਲ ਕਰ ਲਈ, ਬੇਸਿਕਲੀ ਕੁਸ਼ਨ ਦਾ ਕੰਮ ਕਰਦਾ। ਟੈਂਡਨ ਦੀ ਗੱਲ ਕਰੀਏ, ਮਸਲ ਨੂੰ ਬੋਨ ਦੇ ਨਾਲ ਅਟੈਚ ਕਰਨ ਦਾ ਕੰਮ ਕਰਦਾ। ਲੀਗਾਮੈਂਟ ਬੋਨ ਨੂੰ ਬੋਨ ਦੇ ਨਾਲ ਅਟੈਚ ਕਰਨ ਦਾ ਕੰਮ ਕਰਦਾ। ਤਾਂ ਕੁਝ ਮਸਲਸ ਨੇ ਸਾਡੀ ਬਾਡੀ ਦੇ ਜਿਹੜੇ ਇੱਥੇ ਦਿੱਤੇ ਹੋਏ ਨੇ, ਜਿਵੇਂ ਇੱਕ ਪੈਕਟੋਰਸ ਮੇਜਰ ਹੈਗਾ, ਬਾਈਸੈਪ ਹੈਗੇ ਨੇ, ਐਬਡੋਮਿਨ ਮਸਲ ਹੈਗੇ ਨੇ, ਸਾਰਟੇਰੀਅਸ। ਤਾਂ ਇੱਥੇ ਯਾਦ ਰੱਖਿਓ ਕਿ ਜਿਹੜਾ ਇਹ ਸਾਰਟੇਰੀਅਸ ਮਸਲ ਹੈ ਸਭ ਤੋਂ ਲੰਬਾ ਮਸਲ ਹੈ। ਅਤੇ ਇੱਧਰ ਗਲੂਟੀਅਸ ਮੈਕਸੀਮਮ ਲਿਖਿਆ ਹੋਇਆ ਨੀਚੇ ਇਹ। ਤਾਂ ਇਹ ਸਾਡਾ ਸਭ ਤੋਂ ਵੱਡਾ ਮਸਲ ਹੈ, ਲਾਰਜੈਸਟ ਮਸਲ ਹੈ। ਸਭ ਤੋਂ ਛੋਟਾ ਜਿਹੜਾ ਮਸਲ ਹੈ ਸਾਡਾ ਸਟ੍ਰਿਪ ਮਸਲ, ਉਹ ਪਾਇਆ ਜਾਂਦਾ ਸਾਡੇ ਕੰਨ ਦੇ ਵਿੱਚ। ਤਾਂ ਇਹ ਸਾਰੇ ਮਸਲਸ ਦੇ ਨਾਮ ਨੇ। ਗੈਸਟਰੋਨੀਮੀਅਸ, ਇਹ ਆ ਗਿਆ ਸਾਡਾ ਖੁੱਚ ਦਾ ਮਸਲ, ਜਿਹਨੂੰ ਅਸੀਂ ਕਾਫ ਮਸਲ ਵੀ ਕਹਿ ਦਿੰਦੇ ਹਾਂ। ਸੋਲੀਅਸ ਮਸਲ ਵੀ ਇੱਥੇ ਹੁੰਦਾ। ਕੁਆਡਰੀਸੈਪ ਪੱਟ ਦੇ ਅਗਲੇ ਪਾਸੇ ਹੁੰਦਾ। ਹੈਮਸਟ੍ਰਿੰਗਸ ਨੇ ਜਿਹੜੇ ਉਹ ਬੈਕ ਸਾਈਡ 'ਤੇ ਹੁੰਦੇ ਨੇ ਸਾਡੇ। ਤਾਂ ਲੈਟਿਸਮਸ ਡੋਰਸੀ, ਇਹ ਮਸਲ ਆ ਗਿਆ ਸਾਡਾ ਇੱਥੇ। ਐਕਸਟਰਨਲ ਓਬਲੀਕ ਮਸਲਸ ਆ ਗਏ। ਤਾਂ ਇਹ ਸਾਰੇ ਮਸਲਸ ਨੇ, ਇੱਕ ਵਾਰ ਤੁਸੀਂ ਇਹਨਾਂ 'ਤੇ ਕੁਇੱਕ ਨਜ਼ਰ ਮਾਰ ਲਿਓ। ਨੈਕਸਟ ਗੱਲ ਕਰਦੇ ਹਾਂ ਅਸੀਂ ਡਾਈਜੈਸਟਿਵ ਸਿਸਟਮ ਦੀ। ਡਾਈਜੈਸਟਿਵ ਸਿਸਟਮ ਜਿਹਨੂੰ ਅਸੀਂ ਗੈਸਟਰੋ ਇੰਟੈਸਟੀਨਲ ਟਰੈਕ ਵੀ ਕਹਿ ਦਿੰਦੇ ਹਾਂ। ਤਾਂ ਇਹਦੇ ਵਿੱਚ ਮੇਨਲੀ ਆ ਜਿਹੜੇ ਉਹ ਸਾਡੇ, ਇੱਕ ਤਾਂ ਡਾਈਜੈਸਟਿਵ ਸਿਸਟਮ ਦੇ ਅੰਗ ਆ ਜਾਂਦੇ ਨੇ। ਦੂਸਰਾ ਇਹਦੇ ਵਿੱਚ ਕੁਝ ਗਲੈਂਡਸ ਨੇ ਜਿਹੜੀਆਂ ਕੰਮ ਕਰਦੀਆਂ ਨੇ, ਜਿਹੜੀਆਂ ਕਿ ਖਾਣੇ ਨੂੰ ਪਚਾਉਣ ਦੇ ਵਿੱਚ ਕੰਮ ਕਰਦੀਆਂ ਨੇ, ਜਿਵੇਂ ਕਿ ਲੀਵਰ ਹੈ, ਪੈਨਕ੍ਰੀਆਜ਼ ਹੈ ਐਂਡ ਗਾਲ ਬਲੈਡਰ ਹੈ। ਤਾਂ ਸਟੈਪਸ ਕਿਹੜੇ ਨੇ ਜੀ ਡਾਈਜੈਸ਼ਨ ਦੇ? ਇੰਜੈਸ਼ਨ ਹੈਗਾ, ਡਾਈਜੈਸ਼ਨ ਹੈਗਾ, ਐਬਜ਼ੋਰਸ਼ਨ ਹੈਗਾ, ਐਸੀਮੀਲੇਸ਼ਨ ਹੈਗਾ, ਡਾਈਜੈਸ਼ਨ। ਇੰਜੈਸ਼ਨ ਦਾ ਮਤਲਬ ਖਾਣਾ ਅਸੀਂ ਅੰਦਰ ਖਾਣਾ ਹੈ। ਡਾਈਜੈਸ਼ਨ ਹੋਊਗਾ, ਫਿਰ ਡਾਈਜੈਸ਼ਨ ਹੋਣ ਤੋਂ ਬਾਅਦ ਉਹਦੇ ਵਿੱਚੋਂ ਤੱਤ ਨਿਕਲਣਗੇ, ਨਿਕਲ ਤੋਂ ਬਾਅਦ ਖੂਨ ਦੇ ਵਿੱਚ ਮਿਲਣਗੇ। ਜਦੋਂ ਸਾਰਾ ਕੁਝ ਅੰਦਰ ਵੰਡਿਆ ਗਿਆ ਤਾਂ ਜਿਹੜਾ ਵਾਧੂ ਪਦਾਰਥ ਹੋਊਗਾ ਉਹ ਅਸੀਂ ਬਾਹਰ ਰਿਮੂਵ ਕਰ ਦਾਂਗੇ। ਤਾਂ ਡਾਈਜੈਸਟਿਵ ਸਿਸਟਮ ਦੇ ਪਾਰਟ, ਸਭ ਤੋਂ ਪਹਿਲਾਂ ਮਾਊਥ ਆਉਂਦਾ ਸਾਡੇ ਕੋਲੇ। ਮਾਊਥ ਤੋਂ ਬਾਅਦ ਫੈਰਿਕਸ ਆਉਂਦਾ। ਫੈਰਿਕਸ ਤੋਂ ਬਾਅਦ ਸਾਡੇ ਕੋਲੇ ਐਸੋਫੈਗਸ ਆਉਂਦੀ ਹੈ, ਜਿਹਨੂੰ ਅਸੀਂ ਫੂਡ ਪਾਈਪ ਕਹਿ ਦਿੰਦੇ ਹਾਂ। ਫਿਰ ਸਟਮਕ ਆਉਂਦਾ, ਦੈਨ ਗਾਲ ਬਲੈਡਰ ਆ ਗਿਆ ਸਾਡਾ। ਗਾਲ ਬਲੈਡਰ ਜਿਹੜਾ ਲੀਵਰ ਤੋਂ ਬਾਈਲ ਲੈ ਕੇ ਅੱਗੇ ਛੱਡਦਾ। ਫਿਰ ਸਮੋਲ ਇੰਟੈਸਟਾਈਨ ਆਉਂਦੀ ਹੈ, ਫਿਰ ਲਾਰਜ ਇੰਟੈਸਟਾਈਨ ਆਉਂਦੀ ਹੈ, ਫਿਰ ਰੈਕਟਮ ਅਤੇ ਫਿਰ ਐਨਸ ਆਉਂਦਾ, ਜਿਹਦੇ ਰਾਹੀਂ ਅਸੀਂ ਵੇਸਟ ਪ੍ਰੋਡਕਟ ਬਾਹਰ ਕੱਢਦੇ ਹਾਂ। ਸਟਮਕ ਦਾ pH ਲੈਵਲ ਹੈ ਜਿਹੜਾ ਉਹ ਐਸਿਡਿਕ ਹੁੰਦਾ ਬਹੁਤ ਜ਼ਿਆਦਾ, ਤਾਂ ਜਿਹਦੇ ਕਰਕੇ ਖਾਣਾ ਜਿਹੜਾ ਇਹਦੇ ਵਿੱਚ ਅੱਧ ਪਚਿਆ ਦੇ ਲਗਭਗ ਹੋ ਜਾਂਦਾ। ਅਤੇ ਜਿਹੜੀ ਸਮਾਲ ਇੰਟੈਸਟਾਈਨ ਹੈ ਇਹ ਲਗਭਗ ਖਾਣਾ ਬਹੁਤ ਦੇਰ ਸਮਾਲ ਇੰਟੈਸਟਾਈਨ ਦੇ ਵਿੱਚ ਰਹਿੰਦਾ, ਅਤੇ ਮੋਸਟ ਜਿਹੜੀ ਡਾਈਜੈਸ਼ਨ ਹੈ ਉਹ ਸਮਾਲ ਇੰਟੈਸਟਾਈਨ ਦੇ ਵਿੱਚ ਹੁੰਦੀ ਹੈ ਸਾਡੀ। ਪਾਣੀ ਦੀ ਅਬਜ਼ੋਰਸ਼ਨ ਕਰਨ ਦਾ ਕੰਮ ਲਾਰਜ ਇੰਟੈਸਟਾਈਨ ਕਰਦੀ ਹੈ ਸਾਡੀ। ਅੱਗੇ ਅਸੀਂ ਦੇਖਦੇ ਹਾਂ ਡਾਈਜੈਸਟਿਵ ਗਲੈਂਡਸ, ਦੇਖ ਲਓ ਕਿਹੜੀਆਂ ਨੇ। ਸੈਲੀਵਰੀ ਗਲੈਂਡਸ, ਜਦੋਂ ਸਾਡੇ ਮੂੰਹ ਦੇ ਵਿੱਚ ਖਾਣਾ ਜਾਂਦਾ ਤਾਂ ਨਾਲ ਦੀ ਨਾਲ ਪਚਣਾ ਸ਼ੁਰੂ ਹੁੰਦਾ। ਪੈਨਕ੍ਰੀਆਜ਼ ਆ ਗਈ, ਜਿਹੜੀ ਦੀ ਅਸੀਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਗਲੂਕਾਗੋਨ ਨੂੰ ਪ੍ਰੋਡਿਊਸ ਕਰਦੀ ਹੈ, ਐਜ਼ ਵੈਲ ਐਜ਼ ਇਨਸੂਲਿਨ ਨੂੰ ਪ੍ਰੋਡਿਊਸ ਕਰਦੀ ਹੈ। ਲੀਵਰ ਆ ਗਿਆ ਜਿਹੜਾ ਕਿ ਵਾਈਲ ਪ੍ਰੋਡਿਊਸ ਕਰਦਾ।
ਗੈਸਟ੍ਰਿਕ ਜੂਸ ਆ ਗਿਆ, ਜਿਵੇਂ ਹਾਈਡਰੋਕਲੋਰਿਕ ਐਸਿਡ ਆ ਸਾਡਾ, ਉਹ ਸਾਡੇ ਸਟਮਕ ਦੇ ਵਿੱਚ ਪੈਦਾ ਹੁੰਦਾ। ਇੰਟੈਸਟੀਨਲ ਗਲੈਂਡਸ ਆ ਗਈਆਂ ਸਾਡੀਆਂ, ਤਾਂ ਇਹ ਸਾਰੀਆਂ ਗਲੈਂਡਸ ਨੇ ਵੱਖ-ਵੱਖ ਤਰ੍ਹਾਂ ਦੇ ਹਾਰਮੋਨ ਨੇ ਜਿਹੜੀਆਂ ਪੈਦਾ ਕਰਦੀਆਂ ਨੇ। ਇੱਧਰ ਹਾਰਮੋਨਸ ਦੇ ਨਾਮ ਦਿੱਤੇ ਨੇ ਅਸੀਂ। ਕਾਰਬੋਹਾਈਡਰੇਟ ਨੂੰ ਡਾਈਜੈਸਟ ਕਰਨ ਲਈ ਐਮੀਲਾਈਜ਼ ਆ ਜਿਹੜਾ ਇਹ ਸੈਲੀਵਰੀ ਦੇ ਵਿੱਚੋਂ ਹੁੰਦਾ, ਪੈਨਕ੍ਰੀਆਟਿਕ ਦੇ ਵਿੱਚੋਂ ਐਮੀਲਾਈਜ਼ ਹੁੰਦਾ, ਅਤੇ ਮੈਲਟੇਜ ਇਹ ਕਾਰਬੋਹਾਈਡਰੇਟ ਨੂੰ ਡਾਈਜੈਸਟ ਕਰਨ ਦੇ ਕੰਮ ਕਰਦੇ ਨੇ। ਪ੍ਰੋਡਿਊਸਡ ਕਿੱਥੇ ਹੁੰਦੇ ਨੇ? ਐਮੀਲਾਈਜ਼ ਆ ਜਿਹੜਾ ਸੈਲੀਵਰੀ ਗਲੈਂਡ 'ਚ ਹੁੰਦਾ, ਮੂੰਹ ਦੇ ਵਿੱਚ ਨਿਊਟਰਲ ਹੁੰਦਾ ਇਹਦਾ ਪੀਐਚ ਲੈਵਲ। ਪੈਨਕ੍ਰੀਆਟਿਕ ਐਮੀਲਾਈਜ਼ ਆ ਜਿਹੜਾ ਇਹ ਪੈਨਕ੍ਰੀਆਸ ਪੈਦਾ ਕਰਦੀ ਆ, ਸਮੋਲ ਇੰਟੈਸਟਾਈਨ ਦੇ ਵਿੱਚ ਰਿਲੀਜ਼ ਹੁੰਦਾ ਜਾ ਕੇ, ਅਤੇ ਬੇਸਿਕ ਹੈ ਜਿਹੜਾ ਇਹਦਾ ਪੀਐਚ ਲੈਵਲ ਹੈ ਜਿਹੜਾ ਬੇਸਿਕ ਹੁੰਦਾ। ਮੈਲਟੇਜ ਸਮਾਲ ਇੰਟੈਸਟਾਈਨ ਦੇ ਵਿੱਚ ਹੁੰਦਾ। ਅੱਗੇ ਪ੍ਰੋਟੀਨ ਨੂੰ ਕਿਹੜੇ ਡਾਈਜੈਸਟ ਕਰਦੇ ਨੇ ਜੀ? ਪੈਪਸਿਨ ਕਰਦਾ, ਟ੍ਰਿਪਸਿਨ ਕਰਦੇ, ਅਤੇ ਪੈਪਟਾਈਡਸ ਕਰਦੇ ਨੇ। ਤਾਂ ਇਹ ਗੈਸਟ੍ਰਿਕ ਹੈ, ਪੈਪਸਿਨ ਹੈ ਜਿਹੜਾ, ਟ੍ਰਾਈਪਸਿਨ ਹੈ ਜਿਹੜਾ ਇਹ ਪੈਨਕ੍ਰੀਆਸ ਦੇ ਵਿੱਚ ਹੁੰਦਾ, ਪੈਪਟਾਈਡ ਹੈ ਜਿਹੜਾ ਸਮੋਲ ਇੰਟੈਸਟਾਈਨ ਦੇ ਵਿੱਚ ਹੁੰਦਾ। ਤਾਂ ਇਹਨਾਂ ਦੇ ਵਿੱਚੋਂ ਪੈਪਸਿਨ ਆ ਜਿਹੜਾ ਇਹ ਐਸਿਡਿਕ ਹੈ, ਬਾਕੀ ਦੋਨੇ ਨਿਊਟਰਲਸ ਨੇ ਲਗਭਗ। ਅਤੇ ਨਿਊਕਲਿਕ ਐਸਿਡ ਡਾਈਜੈਸ਼ਨ ਕਰਨ ਦੇ ਲਈ ਨਿਊਕਲੀਜ਼ ਹੈ, ਅਤੇ ਨਿਊਕਲੋਸਾਈਡੇਸ ਹੈ। ਫੈਟ ਨੂੰ ਡਾਈਜੈਸਟ ਕਰਨ ਦੇ ਲਈ ਸਾਡੇ ਕੋਲ ਲਿਪੇਜ਼ ਹੈ। ਅੱਗੇ ਰੈਸਪੀਰੇਟਰੀ ਸਿਸਟਮ ਦੀ ਗੱਲ ਕਰਦੇ ਹਾਂ ਜੀ। ਰੈਸਪੀਰੇਟਰੀ ਸਿਸਟਮ ਹੈ ਜਿਹੜਾ ਜਿਹਦੇ ਰਾਹੀਂ ਅਸੀਂ ਆਪਣਾ ਸਾਹ ਲੈਂਦੇ, ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ। ਤਾਂ ਇਹਦੇ 'ਚ ਕੀ ਹੈ, ਬੇਸਿਕਲੀ ਸਾਡਾ ਇੱਕ ਇੰਟਰਨਲ ਰੈਸਪੀਰੇਸ਼ਨ ਹੁੰਦਾ, ਇੱਕ ਐਕਸਟਰਨਲ ਰੈਸਪੀਰੇਸ਼ਨ ਹੁੰਦਾ। ਐਕਸਟਰਨਲ ਜਦੋਂ ਅਸੀਂ ਬਾਹਰਲੇ ਵਾਤਾਵਰਨ ਤੋਂ ਅੰਦਰ ਹਵਾ ਲੈ ਕੇ ਜਾਂਦੇ ਹਾਂ। ਦੂਸਰਾ ਜਦੋਂ ਜਿਹੜੇ ਸੈਲੂਲਰ ਰੈਸਪੀਰੇਸ਼ਨ ਕਹਿ ਸਕਦੇ ਹਾਂ, ਜਦੋਂ ਜਿਹੜੀ ਆਕਸੀਜਨ ਹੈ ਉਹ ਸਾਡੇ ਬਲੱਡ ਦੇ ਵਿੱਚੋਂ ਨਿਕਲ ਕੇ ਸਾਡੇ ਸੈਲਸ ਤੱਕ ਜਾਂ ਸਾਡੇ ਟਿਸ਼ੂਜ਼ ਤੱਕ ਪਹੁੰਚਦੀ ਹੈ। ਤਾਂ ਇਹ ਇੱਕ ਥੋੜ੍ਹਾ ਜਿਹਾ ਹਿਊਮਨ ਰੈਸਪੀਰੇਟਰੀ ਸਿਸਟਮ ਦਾ ਟਰੈਕਟ ਦੇਖ ਸਕਦੇ ਹੋ ਤੁਸੀਂ ਕਿ ਸਭ ਤੋਂ ਪਹਿਲਾਂ ਮੂੰਹ ਆਉਂਦਾ ਸਾਡਾ, ਮੂੰਹ ਤੋਂ ਬਾਅਦ ਫੈਰਿਕਸ ਆਉਂਦਾ, ਫਿਰ ਕੰਠ ਆਉਂਦਾ ਸਾਡਾ, ਫਿਰ ਸਾਡੀ ਟਰਕੀ ਆਉਂਦੀ ਹੈ ਜਿਹਨੂੰ ਅਸੀਂ ਵਿੰਡ ਪਾਈਪ ਵੀ ਕਹਿ ਦਿੰਦੇ ਹਾਂ, ਫਿਰ ਬ੍ਰੌਂਚੀਜ਼ ਆਉਂਦੀਆਂ ਨੇ, ਬ੍ਰੌਂਕਾਈਲ ਆਉਂਦੀ ਹੈ, ਬ੍ਰੌਂਚੀਜ਼ ਆਉਂਦੀਆਂ ਨੇ, ਫੇਫੜੇ ਆਉਂਦੇ ਨੇ, ਫੇਫੜਿਆਂ ਦੇ ਵਿੱਚ ਐਲਵੀਓਲਜ਼ ਆਉਂਦੇ ਨੇ। ਤਾਂ ਇਹਨਾਂ ਦੇ ਵਿੱਚ ਕੀ ਹੈ, ਪਹਿਲਾਂ ਹਾਰਟ ਦੇ ਦੁਆਰਾ ਡੀਆਕਸੀਜਨੇਟਡ ਬਲੱਡ ਭੇਜਿਆ ਜਾਂਦਾ, ਫਿਰ ਇਹ ਸਾਫ਼ ਕਰਦੇ ਨੇ, ਸਾਫ਼ ਕਰਨ ਤੋਂ ਬਾਅਦ ਆਕਸੀਜਨੇਟਡ ਬਲੱਡ ਹੈ ਜਿਹੜਾ ਉਹ ਕਿੱਥੇ ਭੇਜ ਦਿੰਦੇ ਨੇ? ਦੁਬਾਰਾ ਸਾਡੇ ਦਿਲ ਦੇ ਕੋਲ ਭੇਜ ਦਿੰਦੇ ਨੇ। ਅੱਗੇ ਗੱਲ ਕਰਦੇ ਹਾਂ ਜੀ ਕੰਪੋਨੈਂਟ। ਅੱਗੇ ਨੀਚੇ ਜੇ ਗੱਲ ਕਰੀਏ ਅਸੀਂ ਤਾਂ ਲੈਰਿਕਸ ਤੋਂ ਨੀਚੇ ਸਾਡੀ ਟਰਕੀ ਆ ਗਈ, ਗੋਲ ਛੱਲਿਆਂ ਦੀ ਬਣੀ ਹੋਈ ਹੈ। ਸਾਡਾ ਖੱਬਾ ਫੇਫੜਾ ਥੋੜ੍ਹਾ ਛੋਟਾ ਹੁੰਦਾ ਹੈ, ਇਹਦੇ ਵਿੱਚ ਜਸਟ 2 ਲੋਬਸ ਹੁੰਦੀਆਂ ਨੇ, 2 ਬ੍ਰੌਂਕਾਈਲਸ ਹੁੰਦੀਆਂ ਨੇ। ਅਤੇ ਜਿਹੜਾ ਸਾਡਾ ਸੱਜਾ ਫੇਫੜਾ ਉਹ ਥੋੜ੍ਹਾ ਵੱਡਾ ਹੁੰਦਾ, ਇਹਦੇ 'ਚ 3 ਬ੍ਰੌਂਕਾਈਲਸ ਹੁੰਦੀਆਂ ਨੇ, 3 ਭਾਗ ਹੁੰਦੇ ਨੇ, ਕਿਉਂਕਿ ਖੱਬੀ ਸਾਈਡ ਹੈ ਜਿਹੜਾ ਸਾਡਾ ਉੱਪਰ ਇਹਦੇ ਕੀ ਹੁੰਦਾ? ਸਾਡਾ ਦਿਲ ਹੁੰਦਾ। ਅੱਗੇ ਸਾਡਾ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਸਾਹ ਲੈਣ ਦਾ ਰੈਸਪੀਰੇਸ਼ਨ ਕਿਵੇਂ ਹੁੰਦਾ ਜੀ? ਇੱਥੇ ਇੱਕ ਰਿਲੈਕਸਡ ਸਟੇਟ ਹੈਗੀ ਹੈ, ਸਾਡੀ ਡਾਇਆਫਾਰਮ ਆ ਜਿਹੜਾ ਰਿਲੈਕਸ ਹੈਗਾ। ਜਦੋਂ ਸਾਹ ਲਵਾਂਗੇ ਅਸੀਂ ਉਸ ਤੋਂ ਬਾਅਦ ਹਵਾ ਆਉਣੀ ਸ਼ੁਰੂ ਹੋ ਗਈ, ਡਾਇਆਫਾਰਮ ਨੀਚੇ ਆਉਣਾ ਸਾਡਾ ਜਿਹੜਾ ਉਹ ਸਟਾਰਟ ਹੋ ਜਾਏਗਾ, ਅਤੇ ਜਦੋਂ ਬਾਹਰ ਕੱਢਾਂਗੇ ਤਾਂ ਡਾਇਆਫਾਰਮ ਉੱਪਰ ਜਾਣਾ ਦੁਬਾਰਾ ਸ਼ੁਰੂ ਹੋ ਜਾਏਗਾ। ਰੈਸਪੀਰੇਟਰੀ ਸਾਈਕਲ ਹੈ ਇਹ। ਉਸ ਤੋਂ ਬਾਅਦ ਕਪੈਸਿਟੀਜ਼ ਆ ਗਈਆਂ ਸਾਡੀਆਂ। ਕਪੈਸਿਟੀਜ਼ ਕਿਹੜੀਆਂ ਨੇ? ਜਦੋਂ ਅਸੀਂ ਇੱਕ ਨੋਰਮਲ ਸਾਹ ਲੈਂਦੇ ਹਾਂ ਤਾਂ ਅਸੀਂ ਉਹਨੂੰ ਬੋਲਦੇ ਹਾਂ ਟਾਈਡਲ ਵੋਲੀਅਮ। ਅਸੀਂ ਬੈਠੇ, ਜਿਵੇਂ ਤੁਸੀਂ ਹੁਣ ਬੈਠੇ ਹੋਵੋਗੇ, ਨੋਰਮਲ ਸਾਹ ਲੈ ਰਹੇ ਹੋ, ਤੁਹਾਨੂੰ ਕੋਈ ਦਮ ਨਹੀਂ ਚੜ੍ਹਿਆ, ਤਾਂ ਉਹ ਟਾਈਡਲ ਵੋਲੀਅਮ ਬੋਲਿਆ ਜਾਂਦਾ ਉਸ ਨੂੰ। ਉਸ ਤੋਂ ਬਾਅਦ ਜੇ ਜ਼ੋਰ ਨਾਲ ਹਵਾ ਅਸੀਂ ਅੰਦਰ ਖਿੱਚਦੇ ਹਾਂ ਤਾਂ ਉਹਨੂੰ ਇਨਸਪੀਰੇਟਰੀ ਰਿਜ਼ਰਵ ਵੋਲੀਅਮ ਕਹਿੰਦੇ ਹਾਂ। ਤਾਂ ਐਕਸਪੀਰੇਟਰੀ ਜਿੰਨੀ ਜ਼ੋਰ ਨਾਲ ਅਸੀਂ ਹਵਾ ਬਾਹਰ ਕੱਢਦੇ ਹਾਂ, ਇਹਨਾਂ ਨੂੰ ਮਿਲਾ ਕੇ ਸਾਰਿਆਂ ਨੂੰ ਵਾਈਟਲ ਕਪੈਸਿਟੀ ਹੈ ਜਿਹੜੀ ਉਹ ਬਣਦੀ ਆ। ਅਤੇ ਰੈਜ਼ੀਡੀਅਲ ਵੋਲੀਅਮ ਅਸੀਂ ਕਿੰਨੀ ਮਰਜ਼ੀ ਹਵਾ ਬਾਹਰ ਕੱਢ ਲਈ ਇਸ ਜਗ੍ਹਾ 'ਤੇ ਫੇਫੜਿਆਂ ਦੇ ਵਿੱਚ ਫਿਰ ਵੀ ਕੁਛ ਨਾ ਕੁਛ ਹਵਾ ਜਿਹੜੀ ਉਹ ਬਚੀ ਰਹਿ ਜਾਂਦੀ ਹੈ, ਤਾਂ ਜਿਹਨੂੰ ਕਿ ਅਸੀਂ ਰੈਜ਼ੀਡੀਅਲ ਵੋਲੀਅਮ ਕਹਿੰਦੇ ਹਾਂ। ਤਾਂ ਵਾਈਟਲ ਕਪੈਸਿਟੀ ਇਹ ਦੇਖ ਸਕਦੇ ਹੋ, ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਕੀ ਬਣਦੀ ਹੈ? ਵਾਈਟਲ ਕਪੈਸਿਟੀ। ਜਸਟ ਉਹਦੇ 'ਚ ਅਸੀਂ ਰੈਜ਼ੀਡੀਅਲ ਵੋਲੀਅਮ ਹੈ ਜਿਹੜੀ ਉਹ ਇਨਕਲੂਡ ਨਹੀਂ ਕਰਨੀ। ਇੱਧਰ ਹੈ ਜਿਹੜੀ ਲਿਖਿਆ ਹੋਇਆ ਕਿ ਇਹਦੀ ਕਪੈਸਿਟੀ ਕਿੰਨੀ ਹੈ, ਤਾਂ ਇਹ ਤੁਸੀਂ ਨੋਟ ਕਰ ਸਕਦੇ ਹੋ। ਉਸ ਤੋਂ ਬਾਅਦ ਆ ਗਿਆ ਜੀ ਸਾਡੇ ਰੈਸਪੀਰੇਟਰੀ ਟਰੈਕ ਦੇ ਜਿਹੜੇ ਔਰਗਨ ਨੇ, ਨੋਜ਼, ਫੈਰਿਕਸ, ਲੈਰਿਕਸ, ਟਰਕੀ ਹੈ, ਬ੍ਰੌਂਕੀ ਹੈ, ਬ੍ਰੌਂਕਾਈਲਸ, ਐਲਵੀਓਲਸ ਨੇ। ਕੀ ਕੰਮ ਨੇ ਇਹਨਾਂ ਦੇ? ਥੋੜ੍ਹੇ ਜਿਵੇਂ ਨੋਜ਼ ਆ ਜਿਹੜਾ ਸਾਡਾ ਉਹ ਹਵਾ ਨੂੰ ਵਾਰਮ ਕਰਦਾ, ਫਿਲਟਰ ਕਰਦਾ। ਫੈਰਿਕਸ ਹੈ ਜਿਹੜਾ ਉਹ ਪਾਥਵੇ ਦਿੰਦਾ। ਲੈਰਿਕਸ ਵੌਇਸ ਬਾਕਸ ਹੈ ਸਾਡਾ। ਤਾਂ ਉਸ ਤੋਂ ਬਾਅਦ ਟਰਕੀ ਹੈ, ਫੂਡ ਪਾਈਪ ਹੈ। ਇਹਦੇ ਵਿੱਚ ਮੇਨਲੀ ਸਿਲੀਅਸ ਹੁੰਦੇ ਨੇ, ਨਿੱਕੇ ਵਾਲ ਜਿਹੜੇ ਕਿ ਏਅਰ ਫਿਲਟਰ ਦਾ ਕੰਮ ਕਰਦੇ ਨੇ। ਤਾਂ ਇਹ ਸਾਰੇ ਨੋਰਮਲ ਨੇ ਜਿਹੜੇ ਆਪਾਂ ਡਿਸਕਸ ਕਰ ਲਏ। ਅੱਗੇ ਚੱਲਦੇ ਹਾਂ ਜੀ, ਬ੍ਰੇਨ ਦੇ ਕਿਹੜੇ ਪਾਰਟ ਨੇ ਜਿਹੜੇ ਸਾਨੂੰ ਇਹਨੂੰ ਕੰਟਰੋਲ ਕਰਦੇ ਨੇ? ਬ੍ਰੇਨ ਸਟੈਮ ਹੈ ਜਿਹੜੀ ਸੈਰੀ ਬੈਲਮ ਹੋ ਗਿਆ ਸਾਡਾ, ਪੋਨਸ ਬੈਰੋਲੀ ਹੋ ਗਿਆ ਸਾਡਾ, ਅਤੇ ਮੈਡੂਲਾ ਓਬਲੰਗਟਾ ਹੋ ਗਿਆ, ਉਹਨਾਂ ਨੂੰ ਮਿਲ ਕੇ ਬਣਦੀ ਆ। ਜਿਹੜੇ ਪੋਨਸ ਨੇ ਇਹ ਹੈ ਪੋਨਸ ਬੈਰੋਲਾ ਜਿਹੜਾ ਇਹਦੇ ਬ੍ਰੇਥਿੰਗ ਰੇਟ, ਸਾਡੀ ਹਾਰਟ ਰੇਟ, ਇਹਨਾਂ ਨੂੰ ਇਹ ਰੈਗੂਲੇਟ ਕਰਦਾ ਪੋਨਸ ਬੈਰੋਲੀ। ਅਤੇ ਉਸ ਤੋਂ ਬਾਅਦ ਬ੍ਰੇਨ ਸਟੈਮ ਹੈ ਜਿਹੜੀ, ਉਸ ਤੋਂ ਬਾਅਦ ਇਹ ਸਵੈਲੋਇੰਗ, ਕਾਫਿੰਗ, ਸਨੀਜ਼ਿੰਗ ਐਂਡ ਵੋਮਿਟਿੰਗ ਇਹਨਾਂ ਸਾਰਿਆਂ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਮੈਡੂਲਾ ਓਬਲੰਗਟਾ ਜਿਹੜਾ ਇਹ ਡੈਮੇਜ ਇਨ ਦਾ ਏਰੀਆ ਵਿਲ ਯੂਜ਼ਲੀ ਕਿਲਸ ਹੈ ਨਾ, ਜੇਕਰ ਇਹ ਮੈਡੂਲਾ ਓਬਲੰਗਟਾ ਕਹਿੰਦੇ ਇਹਦੇ 'ਚ ਕਿਸੇ ਤਰ੍ਹਾਂ ਦੀ ਸੱਟ ਲੱਗਦੀ ਹੈ ਤਾਂ ਕਿਤੇ ਨਾ ਕਿਤੇ ਸਾਡੀ ਡੈਥ ਵੀ ਹੋ ਸਕਦੀ ਹੈ।
ਅੱਗੇ ਨਰਵਸ ਸਿਸਟਮ ਦੀ ਗੱਲ ਕਰਦੇ ਹਾਂ। ਨਰਵਸ ਸਿਸਟਮ ਆ ਜਿਹੜਾ ਸਾਡੇ ਬ੍ਰੇਨ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੇ ਨਾਲ, ਬ੍ਰੇਨ ਅਤੇ ਬ੍ਰੇਨ ਦੇ ਸਹਾਇਕ ਔਰਗਨ ਜਿਹੜੇ ਸਾਡੇ ਪੂਰੇ ਸਰੀਰ ਦੇ ਵਿੱਚ ਇਲੈਕਟ੍ਰੀਕਲ ਮੈਸੇਜ ਨੇ ਜਿਹੜੇ ਪੈਦਾ ਕਰਨ ਦਾ ਕੰਮ ਕਰ ਰਹੇ ਨੇ ਜਾਂ ਪਹੁੰਚਾਉਣ ਦਾ ਕੰਮ ਕਰ ਰਹੇ ਨੇ। ਤਾਂ ਨਰਵਸ ਸਿਸਟਮ ਦੀ ਬੇਸਿਕ ਯੂਨਿਟ ਹੈ ਜਿਹੜੀ ਉਹ ਹੈਗੀ ਹੈ ਜੀ ਨਿਊਰੋਨ। ਤਾਂ ਨਿਊਰੋਨ ਨੇ ਜਿਹੜੇ ਫਰਦਰ ਇਹ ਨਿਊਰੋਨ ਦਾ ਸਾਡਾ ਸਟਰਕਚਰ ਹੈਗਾ, ਇੱਧਰ ਡੈਂਡਰਾਈਟਸ ਹੁੰਦੇ ਨੇ, ਐਗਜ਼ਨ ਹੁੰਦਾ, ਐਗਜ਼ਨ ਟਰਮੀਨਲ ਹੁੰਦਾ, ਇੱਧਰੋਂ ਮੈਸੇਜ ਰਿਸੀਵ ਹੁੰਦਾ, ਫਿਰ ਇੱਧਰ ਇੱਕ ਸਾਈਡ ਇਹ ਜਾਂਦਾ ਅਤੇ ਮੈਸੇਜ ਆ ਜਿਹੜਾ ਸਾਰਾ ਇਹ ਇਲੈਕਟ੍ਰੀਕਲ ਹੁੰਦਾ। ਜਿਹੜੇ ਨਿਊਰੋਨਸ ਨੇ ਤਿੰਨ ਤਰ੍ਹਾਂ ਦੇ ਹੁੰਦੇ ਨੇ, ਸੈਂਸਰੀ ਨਿਊਰੋਨ ਹੁੰਦੇ ਨੇ, ਇੰਟਰਮੀਡੀਏਟ ਹੁੰਦੇ ਨੇ ਅਤੇ ਮੋਟਰ ਨਿਊਰੋਨ। ਸੈਂਸਰੀ ਨਿਊਰੋਨ ਜਿਹੜੇ ਮਸਲ ਤੋਂ ਦਿਮਾਗ ਦੇ ਵੱਲ ਮੈਸੇਜ ਲੈ ਕੇ ਜਾਂਦੇ ਨੇ। ਇੰਟਰਮੀਡੀਏਟ ਦੋ ਨਿਊਰੋਨ ਦੇ ਵਿਚਕਾਰ ਜਿਹੜਾ ਨਿਊਰੋਨ ਜੁੜ ਕੇ ਮੈਸੇਜ ਪਾਸ ਕਰਦਾ। ਮੋਟਰ ਨਿਊਰੋਨ ਜਿਹੜਾ ਬ੍ਰੇਨ ਦੇ ਵੱਲੋਂ ਮੈਸੇਜ ਹੈ ਸਾਡੇ ਮਸਲਸ ਤੱਕ ਪਹੁੰਚਾਇਆ ਜਾਂਦਾ। ਅੱਗੇ ਨਰਵਸ ਸਿਸਟਮ ਦੀ ਡਿਵੀਜ਼ਨ ਦੇਖ ਲੈਂਦੇ ਜੀ। ਨਰਵਸ ਸਿਸਟਮ ਨੂੰ ਮੇਨ ਦੋ ਭਾਗਾਂ 'ਚ ਵੰਡ ਸਕਦੇ ਆ। ਸੈਂਟਰਲ ਨਰਵਸ ਸਿਸਟਮ ਹੈਗਾ, ਪੈਰੀਫੈਰਲ ਨਰਵਸ ਸਿਸਟਮ ਹੈਗਾ। ਸੈਂਟਰਲ ਨਰਵਸ ਸਿਸਟਮ ਨੂੰ ਫਰਦਰ ਦੋ ਭਾਗਾਂ 'ਚ ਵੰਡ ਸਕਦੇ ਆ। ਬ੍ਰੇਨ ਹੈਗਾ, ਸਪਾਈਨਲ ਕੋਡ ਹੈਗੀ ਆ। ਸਪਾਈਨਲ ਕੋਡ ਦੇ ਵਿੱਚ 31 ਜੋੜੇ ਨੇ ਜਿਹੜੇ ਉਹ ਨਰਵਸ 'ਤੇ ਹੁੰਦੇ ਨੇ। ਜਿਹੜਾ ਬ੍ਰੇਨ ਆ ਸਾਡਾ ਇਹਨੂੰ ਤਿੰਨ ਭਾਗਾਂ 'ਚ ਵੰਡ ਸਕਦੇ ਆ ਅਸੀਂ। ਫੋਰ ਬ੍ਰੇਨ ਹੁੰਦਾ, ਮਿਡ ਬ੍ਰੇਨ ਹੁੰਦਾ ਅਤੇ ਹਿੰਡ ਬ੍ਰੇਨ ਹੁੰਦਾ। ਫੋਰ ਬ੍ਰੇਨ ਦੇ ਵਿੱਚ ਮੇਨਲੀ ਆ ਜਿਹੜਾ ਸੈਰੀਬਰਮ ਹੈ, ਜਿਹੜਾ ਸਾਡਾ ਵੱਡਾ ਭਾਗ ਜਿਹੜਾ ਵੱਡਾ ਰੋਲ ਪਲੇ ਕਰਦਾ ਹੈ। ਉਸ ਤੋਂ ਬਾਅਦ ਜਿਹੜਾ ਹਿੰਡ ਬ੍ਰੇਨ ਆ ਉਹ 'ਚ ਬ੍ਰੇਨ ਸਟੈਮ ਜਿਹੜੀ ਅਸੀਂ ਪਿੱਛੇ ਗੱਲ ਕਰਕੇ ਗਏ, ਪੋਨਸ ਬੇਰੋਲੀ ਹੋ ਗਿਆ, ਸਾਡਾ ਮੈਡੂਲਾ ਓਬਲੰਗਟਾ ਹੋ ਗਿਆ ਅਤੇ ਸੈਰੀਬੈਲਮ, ਉਹ ਤਿੰਨੇ ਸਾਡੇ ਬ੍ਰੇਨ ਦੇ ਪਿਛਲੇ ਭਾਗ 'ਚ ਹੁੰਦੇ ਨੇ। ਸਪਾਈਨਲ ਕੋਡ ਦੇ ਵਿੱਚ 31 ਜੋੜੇ ਨੇ ਜਿਹੜੇ ਟੋਟਲ 62 ਨਰਵਸ ਹੁੰਦੀਆਂ ਨੇ ਜਿਹੜੀਆਂ ਬ੍ਰੇਨ ਤੋਂ ਮੈਸੇਜ ਲੈ ਕੇ ਸਾਡੇ ਸਰੀਰ ਦੇ ਵੱਖੋ ਵੱਖਰੇ ਭਾਗਾਂ ਤੱਕ ਪਹੁੰਚਾਉਂਦੀਆਂ ਨੇ। ਦੂਸਰੀ ਡਿਵੀਜ਼ਨ ਸਾਡੀ ਹੈਗੀ ਹੈ ਜੀ ਪੈਰੀਫੈਰਲ ਨਰਵਸ ਸਿਸਟਮ ਦੀ। ਪੈਰੀਫੈਰਲ ਨਰਵਸ ਸਿਸਟਮ ਹੈ ਜਿਹੜਾ ਇਹਨੂੰ ਦੋ ਡਿਵੀਜ਼ਨ ਦੇ ਵਿੱਚ ਵੰਡ ਸਕਦੇ ਹਾਂ, ਸੋਮੈਟਿਕ ਐਂਡ ਆਟੋਨੋਮਿਕ। ਸੋਮੈਟਿਕ ਹੈ ਜਿਹੜਾ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਨਰਵਸ ਕੰਮ ਕਰਦੀਆਂ ਨੇ, ਐਫਰੈਂਟ ਐਂਡ ਐਫਰੈਂਟ। ਐਫਰੈਂਟ ਹੈ ਜਿਹੜੀ ਮਸਲਸ ਤੋਂ ਬ੍ਰੇਨ ਤੱਕ ਮੈਸੇਜ ਲੈ ਕੇ ਜਾਂਦੀ ਹੈ। ਐਫਰੈਂਟ ਹੈਗੀ ਹੈ ਜਿਹੜੀ ਬ੍ਰੇਨ ਤੋਂ ਮਸਲਸ ਤੱਕ ਮੈਸੇਜ ਲੈ ਕੇ ਆਉਂਦੀ ਹੈ। ਆਟੋਨੋਮਿਕ ਨਰਵਸ ਸਿਸਟਮ ਹੈਗਾ ਜਿਹੜਾ ਆਟੋਨੋਮਿਕ ਨਰਵਸ ਸਿਸਟਮ ਹੈ ਇਹਦੇ ਵਿੱਚ ਆ ਜਾਂਦਾ ਜੀ ਐਫਰੈਂਟ ਆ ਜਾਂਦਾ, ਦੂਸਰਾ ਐਫਰੈਂਟ ਅਤੇ ਐਫਰੈਂਟ ਨਰਵਸ ਆ ਜਾਂਦੇ ਨੇ। ਐਫਰੈਂਟ ਨੇ ਜਿਹੜੀਆਂ ਕਿ ਦਿਮਾਗ ਤੋਂ ਮਸਲਸ ਵੱਲ ਮੈਸੇਜ ਲੈ ਕੇ ਆਉਂਦੇ ਨੇ। ਇਹਨਾਂ ਨੂੰ ਦੋ ਡਿਵੀਜ਼ਨ ਦੇ ਵਿੱਚ ਫਿਰ ਡਿਵਾਈਡ ਕਰ ਸਕਦੇ ਹਾਂ। ਇੱਕ ਸਾਡੇ ਕੋਲ ਹੈਗਾ ਜੀ ਪੈਰਾਸਿੰਪੈਥੈਟਿਕ ਨਰਵਸ ਸਿਸਟਮ, ਦੂਸਰਾ ਹੈਗਾ ਸਿੰਪੈਥੈਟਿਕ ਨਰਵਸ ਸਿਸਟਮ। ਜਦੋਂ ਕੋਈ ਐਮਰਜੈਂਸੀ ਦੇ ਵਿੱਚ ਸਾਡੀ ਬਾਡੀ ਨੂੰ ਐਕਟੀਵੇਟ ਕਰਨਾ ਤਾਂ ਸਿੰਪੈਥੈਟਿਕ ਨਰਵਸ ਸਿਸਟਮ ਕੰਮ ਕਰਦਾ ਹੈ, ਅਤੇ ਜੇਕਰ ਅਸੀਂ ਉਸ ਚੀਜ਼ ਨੂੰ ਹਿੰਡਰ ਕਰਨਾ, ਰੋਕਣਾ, ਤਾਂ ਪੈਰਾਸਿੰਪੈਥੈਟਿਕ ਨਰਵਸ ਸਿਸਟਮ ਹੈ ਜਿਹੜਾ ਸਾਡਾ ਕੰਮ ਕਰਦਾ ਹੈ। ਇਹ ਬ੍ਰੇਨ ਦਾ ਇੱਕ ਸਟਰਕਚਰ ਹੈ, ਤੁਸੀਂ ਦੇਖ ਸਕਦੇ ਹੋ। ਜਿਹੜਾ ਉੱਪਰਲਾ ਪਾਰਟ ਹੈ ਇਹਨੂੰ ਅਸੀਂ ਸਾਰੇ ਨੂੰ ਸੈਰੀਬਰਮ ਕਹਿੰਦੇ ਹਾਂ। ਬੇਸਿਕਲੀ ਮੰਨਿਆ ਜਾਂਦਾ ਹੈ ਕਿ ਇਹਦੇ ਦੋ ਹੈਮੀਸਫੀਅਰ ਨੇ। ਜਿਹੜੀ ਅਸੀਂ 10% ਬ੍ਰੇਨ ਦੀ ਗੱਲ ਕੰਮ ਕਰਨ ਵਾਲੀ ਗੱਲ ਕਰਦੇ ਹਾਂ ਉਹ ਵੀ ਤਾਂ ਉਹ ਥਿਊਰੀ ਵੀ ਇਸੇ ਸੈਰੀਬਰਮ ਦੇ ਨਾਲ ਜੁੜੀ ਹੋਈ ਹੈ। ਤਾਂ ਇਹਦੀਆਂ ਵੱਖੋ ਵੱਖਰੀਆਂ ਲੋਬਸ ਹੁੰਦੀਆਂ ਨੇ। ਫਰੰਟਲ ਲੋਬ ਹੈਗੀ ਆ, ਪੈਰੀਟਲ ਲੋਬ ਹੈਗੀ ਆ, ਓਸੀਪਿਟਲ ਲੋਬ ਹੈਗੀ ਆ, ਟੈਂਪੋਰਲ ਲੋਬ ਹੈਗੀ ਆ। ਇਸ ਤੋਂ ਬਾਅਦ ਸਾਡੇ ਕੋਲੇ ਸਾਡਾ ਆ ਜਾਂਦਾ ਜੀ ਪਿਛਲਾ ਭਾਗ ਹੈ ਜਿਹੜਾ ਬ੍ਰੇਨ ਸਟੈਮ ਆ ਜਾਂਦੀ ਹੈ, ਜਿਹਨੂੰ ਪੋਨਸ ਬੇਰੋਲੀ ਆ ਗਿਆ, ਸੈਰੀਬੈਲਮ ਆ ਗਿਆ ਅਤੇ ਮੈਡੂਲਾ ਓਬਲੰਗਟਾ ਆ ਗਿਆ। ਤਾਂ ਇਹ ਬ੍ਰੇਨ ਦਾ ਇੱਕ ਮੈਸੇਜ ਹੈ, ਆਪਣਾ ਇੱਕ ਛੋਟਾ ਜਿਹਾ ਟੈਸਟ ਹੈ, ਤੁਸੀਂ ਇਹਨੂੰ ਸਕਰੀਨਸ਼ਾਟ ਲੈ ਕੇ ਬਾਅਦ ਦੇ ਵਿੱਚ ਸੋਲਵ ਕਰ ਸਕਦੇ ਹੋ। ਤਾਂ ਜਿਵੇਂ ਯੈਲੋ ਬਲੈਕ ਲਿਖਿਆ ਹੋਇਆ, ਬਟ ਅਸੀਂ ਇਹਦੇ ਵਿੱਚ ਕੀ ਬੋਲਣਾ ਕਿ ਜਿਹੜੇ ਕਲਰ ਦੇ ਵਿੱਚ ਲਿਖਿਆ ਹੋਇਆ, ਜਿਵੇਂ ਯੈਲੋ ਬਲੂ ਕਲਰ ਦੇ ਵਿੱਚ ਲਿਖਿਆ ਹੋਇਆ ਤਾਂ ਅਸੀਂ ਇਹਨੂੰ ਬਲੂ ਪੜ੍ਹਨਾ, ਇਹਨੂੰ ਗ੍ਰੀਨ ਪੜ੍ਹਨਾ, ਇਹਨੂੰ ਅਸੀਂ ਬਲੈਕ ਪੜ੍ਹਨਾ, ਇਸ ਨੂੰ ਅਸੀਂ ਰੈੱਡ ਪੜ੍ਹਨਾ, ਇਸ ਨੂੰ ਗ੍ਰੀਨ ਪੜ੍ਹਨਾ, ਇਸ ਨੂੰ ਯੈਲੋ। ਤਾਂ ਇਹ ਤੁਹਾਡੇ ਮਾਈਂਡ ਦਾ ਇੱਕ ਟੈਸਟ ਹੈ, ਤੁਸੀਂ ਸਕਰੀਨਸ਼ਾਟ ਲੈ ਕੇ ਬਾਅਦ ਦੇ ਵਿੱਚ ਕਰਕੇ ਦੇਖ ਸਕਦੇ ਹੋ। ਅੱਗੇ ਅਸੀਂ ਗੱਲ ਕਰਦੇ ਹਾਂ ਜੀ ਸੈੱਲ ਦੀ। ਸੈੱਲ ਜਿਹੜੀ ਬੇਸਿਕ ਯੂਨਿਟ ਹੈ ਸਾਡੀ ਬੋਡੀ ਦੀ, ਨਿੱਕੇ ਨਿੱਕੇ ਸੈੱਲ ਲਗਭਗ 37 ਟ੍ਰਿਲੀਅਨ ਸੈੱਲ ਨੇ ਜਿਹੜੇ, ਉਹਨਾਂ ਤੋਂ ਮਿਲ ਕੇ ਸਾਡੀ ਪੂਰੀ ਬੋਡੀ ਬਣਦੀ ਹੈ। ਸੈੱਲ ਦੇ ਬਾਹਰ ਇੱਕ ਸੈੱਲ ਮੈਂਬਰੇਨ ਹੁੰਦੀ ਹੈ ਜੀ, ਉਹਦੇ ਵਿੱਚ ਨਿੱਕੇ ਨਿੱਕੇ ਸਾਈਟੋਪਲਾਜ਼ਮ ਹੁੰਦਾ, ਇੱਥੋਂ ਤੋਂ ਲੈ ਕੇ ਇੱਥੋਂ ਤੱਕ ਦਾ ਭਾਵ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੇ ਅੰਗ ਨੇ ਉਹ ਤੈਰਦੇ ਰਹਿੰਦੇ ਨੇ, ਜਿਵੇਂ ਗੋਲਗੀ ਅਪਰੇਟਸ ਹੈਗੇ ਨੇ, ਰਾਈਬੋਸੋਮਸ ਹੈਗੇ ਨੇ, ਐਂਡੋਪਲਾਜ਼ਮਿਕ ਰੈਟੀਕੂਲਮ ਹੈਗਾ, ਮਾਈਟੋਕੌਂਡਰੀਆ ਹੈਗਾ ਨਾ, ਨਿਊਕਲੀਅਸ ਮੈਂਬਰੇਨ ਹੈ ਜਿਹੜੀ ਉਹ ਨਿਊਕਲੀਅਸ ਦੇ ਉੱਪਰ ਚੜੀ ਹੁੰਦੀ ਹੈ। ਤਾਂ ਸੈਂਟਰ ਦੇ ਵਿੱਚ ਨਿਊਕਲੀਅਸ ਆ ਗਿਆ ਸਾਡਾ, ਤਾਂ ਨਿਊਕਲੀਅਸ ਮੈਂਬਰੇਨ ਹੈ, ਇਹਦੇ ਵਿੱਚ ਸਾਡੇ DNA ਨੇ ਜਿਹੜੇ ਜਾਂ ਜੀਨਸ ਨੇ ਉਹ ਪਏ ਹੁੰਦੇ ਨੇ। ਅੱਗੇ ਗੱਲ ਕਰਦੇ ਹਾਂ ਤਾਂ ਨਿਊਕਲੀਅਸ ਦੇ ਵਿੱਚ ਆ ਗਿਆ। ਨਿਊਕਲੀਅਸ ਹੈ ਜਿਹੜਾ ਉਹਦੀ ਆਊਟਰ ਮੈਂਬਰੇਨ, ਇਨਰ ਮੈਂਬਰੇਨ ਆ ਗਈ, ਨਿਊਕਲੋਪਲਾਜ਼ਮ, ਨਿਊਕਲੀਅਸ, ਕ੍ਰੋਮੋਟਿਨ, ਨਿਊਕਲੀਅਰ ਇਨਵੈਲਪ ਆ ਗਿਆ, ਪੋਰੀਨ, ਨਿਊਕਲੀਅਰ ਇਨਵੈਲਪ। ਤਾਂ ਇਹ ਨਿਊਕਲੀਅਸ ਹੈ। ਅੱਗੇ ਗੱਲ ਕਰਦੇ ਹਾਂ ਇਹਦੇ ਬਾਰੇ। ਤਾਂ ਬੇਸਿਕਲੀ ਟਾਈਪਸ ਆਫ ਸੈੱਲ ਨੇ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਦੋ ਨੇ, ਪ੍ਰੋਕਾਰਿਓਟਿਕ ਹੈਗਾ ਅਤੇ ਯੂਕਾਰਿਓਟਿਕ ਹੈਗਾ। ਯੂਕਾਰਿਓਟਿਕ ਹੈ ਜਿਹੜਾ ਇਹਦੇ 'ਚ ਕੀ ਹੈ, ਜੋ ਅਸੀਂ ਨੇ ਗੱਲ ਕੀਤੀ ਸੀ ਕਿ ਜਿਹੜਾ ਹਿਊਮਨਸ ਦੇ ਵਿੱਚ ਪਾਇਆ ਜਾਂਦਾ ਜਾਂ ਮਲਟੀ ਸੈਲੂਲਰ ਜੀਵਾਂ ਦੇ ਵਿੱਚ ਪਾਇਆ ਜਾਂਦਾ ਉਹਨੂੰ ਅਸੀਂ ਯੂਕਾਰਿਓਟਿਕ ਕਹਿੰਦੇ ਹਾਂ। ਪ੍ਰੋਕਾਰਿਓਟਿਕ ਜਿਹੜੇ ਸਿੰਗੂਲਰ ਸੈੱਲਾਂ ਦੇ ਵਿੱਚ ਪਾਇਆ ਜਾਂਦਾ ਉਹਨੂੰ ਅਸੀਂ ਵਨ ਸੈੱਲਡ, ਜਿਵੇਂ ਆਰਗੇਨਿਜ਼ਮ, ਜਿਵੇਂ ਬੈਕਟੀਰੀਆ ਹੋ ਗਿਆ, ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਜੀ, ਪ੍ਰੋਕਾਰਿਓਟਿਕ ਸੈੱਲਸ। ਅੱਗੇ ਗੱਲ ਕਰਦੇ ਇਹਨਾਂ ਦੇ ਫੰਕਸ਼ਨ ਕੀ ਨੇ। ਸੈਲਸ ਦੇ ਟਰਾਂਸਪੋਰਟ ਕਰਦੇ ਨੇ ਮੋਲੀਕਿਊਲਸ ਨੂੰ, ਐਨਰਜੀ ਨੂੰ ਕਨਵਰਟ ਕਰਨ ਦਾ ਕੰਮ ਕਰਦੇ ਨੇ, ਰੀਪਰੋਡਕਸ਼ਨ ਦਾ ਕੰਮ ਕਰਦੇ ਨੇ। ਅੱਗੇ ਜਿਹੜਾ ਇਹਦਾ ਨਿਊਕਲੀਅਸ ਹੁੰਦਾ ਉਹਦੇ ਵਿੱਚ ਕ੍ਰੋਮੋਸੋਮਸ ਹੁੰਦੇ ਨੇ ਜੀ। ਤਾਂ ਕ੍ਰੋਮੋਸੋਮਸ ਦੇ ਵਿੱਚ ਸਾਡਾ DNA ਹੁੰਦਾ। DNA ਦੀ ਫੁੱਲ ਫਾਰਮ ਯਾਦ ਰੱਖ ਲਿਓ, ਡੀਆਕਸੀ ਰਿਬੋ ਨਿਊਕਲਿਕ ਐਸਿਡ ਕੰਟੇਨਸ। ਇਹਦੇ ਵਿੱਚ ਕੀ ਹੈ, ਟ੍ਰੇਟਸ ਐਂਡ ਕਰੈਕਟਰਿਸਟਿਕਸ, ਜਾਣੀ ਕਿ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਇਹ ਕਰੈਕਟਰਿਸਟਿਕਸ ਨੇ ਜਿਹੜੀਆਂ ਉਹ ਪਾਸ ਕਰਦੇ ਨੇ। ਤਾਂ ਅਸੀਂ ਗ੍ਰੇਗਰ ਮੈਂਡਲ ਦਾ ਇੱਕ CDP ਦੇ ਵਿੱਚ ਪਹਿਲਾਂ ਪੜ੍ਹਿਆ ਸੀਗਾ ਕਿ ਕਿਵੇਂ ਮਟਰ ਦੇ ਦਾਣਿਆਂ ਦੇ ਉੱਪਰ ਉਹਨਾਂ ਨੇ ਐਕਸਪੈਰੀਮੈਂਟ ਕਰਕੇ ਦੱਸਿਆ ਸੀਗਾ ਕਿ ਜੀਨਸ ਨੇ ਜਿਹੜੇ ਕਿਵੇਂ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਦੇ ਵਿੱਚ ਟਰੈਵਲ ਕਰਦੇ ਨੇ।
ਅੱਗੇ ਜਿੰਨੇ ਜਿਹੜੇ ਜੀਨਸ ਨੇ ਉਹ ਅਸੀਂ ਨੇ ਪੜ੍ਹਿਆ ਸੀਗਾ, ਇੱਕ ਡੋਮੀਨੈਂਟ ਹੁੰਦੇ ਨੇ, ਇੱਕ ਰਿਸੈਸਿਵ ਹੁੰਦੇ ਨੇ। ਡੋਮੀਨੈਂਟ ਜਿਹੜੇ ਤੁਹਾਡੇ ਬਾਹਰ ਦਿਖ ਰਹੇ ਨੇ, ਤਾਂ ਜਿਵੇਂ ਇਹਨੂੰ ਅਸੀਂ ਫੀਨੋਟਾਈਪ ਕਹਿ ਸਕਦੇ ਹਾਂ। ਅਬਜ਼ਰਵੇਬਲ ਟ੍ਰੇਟਸ ਕਿਹੜੇ ਨੇ ਤੁਹਾਡੇ ਵਿੱਚ ਜਿਹੜੇ ਬਾਹਰੋਂ ਦਿਖ ਸਕਦੇ ਨੇ। ਜ਼ੀਨੋਟਾਈਪ ਤਾਂ ਤੁਹਾਡੇ 'ਚ ਬਹੁਤ ਸਾਰੇ ਜੀਨਸ ਨੇ ਜਿਹੜੇ ਉਹ ਰਿਸੈਸਿਵ ਰਹਿ ਜਾਂਦੇ ਨੇ, ਜਿਹੜੇ ਅਗਲੀਆਂ ਪੀੜ੍ਹੀਆਂ ਦੇ ਵਿੱਚ ਪਾਸ ਹੋ ਜਾਂਦੇ ਨੇ। ਜਿਵੇਂ ਅਸੀਂ ਗੱਲ ਕਰਦੇ ਸੀ ਕਿ ਜਦ ਦਾਦੇ ਦੀਆਂ ਅੱਖਾਂ ਦਾ ਰੰਗ ਭੂਰਾ ਤਾਂ ਹੋ ਸਕਦਾ ਉਹਦੇ ਪੜਪੋਤੇ ਦੀਆਂ ਅੱਖਾਂ ਦਾ ਰੰਗ ਭੂਰਾ ਨਿਕਲ ਆਵੇ, ਕਿਉਂਕਿ ਜਿਹੜੇ ਜੀਨਸ ਨੇ ਉਹ ਟਰੈਵਲ ਕਰਦੇ ਨੇ ਇੱਕ ਤੋਂ ਦੂਸਰੇ ਦੇ ਵਿੱਚ। ਅੱਗੇ ਅਸੀਂ ਸਰਕੂਲੇਟਰੀ ਸਿਸਟਮ ਦੀ ਗੱਲ ਕਰਦੇ ਹਾਂ ਜੀ। ਸਰਕੂਲੇਟਰੀ ਸਿਸਟਮ ਦੇ ਵਿੱਚ ਸਾਡਾ ਹਾਰਟ ਆਉਂਦਾ ਹੈ, ਉਸ ਦੇ ਨਾਲ ਬਲੱਡ ਵੈਸਲਸ ਆਉਂਦੀਆਂ ਨੇ, ਜਿਵੇਂ ਆਰਟਰੀਜ਼ ਹੋ ਗਈਆਂ, ਵੇਨਸ ਹੋ ਗਈਆਂ ਅਤੇ ਕੈਪੀਲਰੀਜ਼ ਹੋ ਗਈਆਂ, ਅਤੇ ਇੱਕ ਪਾਰਟ ਹੈਗਾ ਬਲੱਡ ਜਿਹੜਾ ਇਹਨਾਂ ਦੀਆਂ ਵੈਸਲਸ ਦੇ ਵਿੱਚ ਮੂਵ ਕਰਦਾ। ਅਤੇ ਹਾਰਟ ਦਾ ਸਾਡੇ ਦਾ ਡਾਇਗਰਾਮ ਹੈਗਾ ਜੀ। ਹਾਰਟ ਦੇ 4 ਚੈਂਬਰ ਹੁੰਦੇ ਨੇ। ਰਾਈਟ ਸਾਡਾ ਜਿਹੜਾ ਔਰੀਕਲ ਹੁੰਦਾ, ਰਾਈਟ ਵੈਂਟਰੀਕਲ ਹੁੰਦਾ, ਲੈਫਟ ਔਰੀਕਲ, ਲੈਫਟ ਵੈਂਟਰੀਕਲ, 4 ਭਾਗਾਂ ਦੇ ਵਿੱਚ ਵੰਡਿਆ ਹੁੰਦਾ। ਸਭ ਤੋਂ ਵੱਡੀ ਨਾੜੀ ਹੈ ਜਿਹੜੀ ਔਰਟਾ ਹੁੰਦੀ ਹੈ, ਜਿਹੜੀ ਪਿਓਰ ਬਲੱਡ ਨੂੰ ਲੈ ਕੇ ਵੱਖੋ ਵੱਖਰੇ ਭਾਗਾਂ ਤੱਕ ਪਹੁੰਚਦੀ ਹੈ। ਉਸ ਤੋਂ ਬਾਅਦ ਇੱਥੋਂ ਜਿਹੜਾ ਖੂਨ ਹੈ ਜਿਹੜਾ ਇੱਥੋਂ ਚੱਲਣਾ ਸ਼ੁਰੂ ਹੁੰਦਾ, ਪਿਓਰ ਬਲੱਡ ਇਹਦੇ ਵਿੱਚ ਜਾਂਦਾ, ਇੱਥੋਂ ਇਹ ਸਾਰੇ ਸਰੀਰ ਦੇ ਭਾਗਾਂ ਤੱਕ ਪਹੁੰਚਾਉਂਦੀ ਹੈ। ਜਦੋਂ ਖੂਨ ਸ਼ੁੱਧ ਹੋ ਜਾਂਦਾ ਹੈ ਤਾਂ ਸੁਪੀਰੀਅਰ ਵੈਨਾ ਕੋਵਾ ਅਤੇ ਇਨਫੀਰੀਅਰ ਵੈਨਾ ਕੋਵਾ ਦੇ ਰਾਹੀਂ ਸਾਡੇ ਰਾਈਟ ਔਰੀਕਲ 'ਚ ਆ ਜਾਂਦਾ। ਫਿਰ ਰਾਈਟ ਵੈਂਟਰੀਕਲ ਤੋਂ ਫੇਫੜਿਆਂ ਦੇ ਵਿੱਚ ਸ਼ੁੱਧ ਹੋਣ ਵਾਸਤੇ ਜਾਂਦਾ, ਸ਼ੁੱਧ ਹੋ ਕੇ ਫਿਰ ਦੁਬਾਰਾ ਸਾਡਾ ਲੈਫਟ ਔਰੀਕਲ ਦੇ ਵਿੱਚ ਆ ਜਾਂਦਾ। ਲੈਫਟ ਔਰੀਕਲ ਤੋਂ ਦੁਬਾਰਾ ਸਾਡੇ ਲੈਫਟ ਵੈਂਟਰੀਕਲ 'ਚ ਇਹ ਪ੍ਰੋਸੈਸ ਲਗਾਤਾਰ ਹੈ ਜਿਹੜਾ ਸਾਡਾ ਚੱਲਦਾ ਰਹਿੰਦਾ। ਤਾਂ ਹਾਰਟ ਹੈ ਜਿਹੜਾ, ਹਾਰਟ ਦੀਆਂ ਲੇਅਰਸ ਦੇਖ ਲਓ ਜੀ। ਸਭ ਤੋਂ ਅੰਦਰਲੀ ਲੇਅਰ ਐਂਡੋਕਾਰਡੀਅਮ ਹੁੰਦੀ ਹੈ, ਸੈਂਟਰ ਦੇ ਵਿੱਚ ਮਾਇਓਕਾਰਡੀਅਮ ਹੁੰਦੀ ਹੈ, ਬਾਹਰ ਐਪੀਕਾਰਡੀਅਮ ਹੁੰਦੀ ਹੈ। ਤਾਂ ਇਹਨਾਂ ਸਾਰਿਆਂ ਦੇ ਬਾਹਰ ਇੱਕ ਪੈਰੀਕਾਰਡੀਅਮ ਲੇਅਰ ਹੈ ਜਿਹੜੀ ਉਹ ਵੀ ਚੜੀ ਹੁੰਦੀ ਹੈ। ਚੈਂਬਰਸ 2 ਐਟਰੀਅਮਸ ਹੁੰਦੇ ਨੇ, 2 ਵੈਂਟਰੀਕਲਸ ਹੁੰਦੇ ਨੇ। ਵੋਲਵ ਨੇ ਜਿਹੜਾ ਦਿਲ ਦਾ ਸੱਜਾ ਪਾਸਾ ਹੈ ਉੱਧਰ ਜੀ ਟਰਾਈਕਸਪਿਡ ਵੋਲਵ ਹੁੰਦੇ ਨੇ, ਅਤੇ ਲੈਫਟ ਖੱਬਾ ਪਾਸਾ ਜਿਹੜਾ ਉੱਧਰ ਬਾਈਕਸਪਿਡ ਵੋਲਵ ਹੁੰਦੇ ਨੇ। 2 ਸੈਮੀਲੂਨਰ ਵੋਲਵਸ ਹੁੰਦੇ ਨੇ, ਪਲਮਨਰੀ ਵੋਲਵ ਹੋ ਗਿਆ ਅਤੇ ਔਰਟਿਕ ਵੋਲਵ ਹੋ ਗਿਆ। ਯਾਨੀ ਕਿ ਜਿੱਥੋਂ ਔਰਟਾ ਨਾਲੀ ਸ਼ੁਰੂ ਹੁੰਦੀ ਉਹਦੇ ਨੀਚੇ ਵੀ ਵੋਲਵ ਲੱਗਿਆ ਹੁੰਦਾ। ਜਿੱਥੋਂ ਖੂਨ ਹੈ ਜਿਹੜੀ ਨਾਲੀ ਰਾਹੀਂ ਫੇਫੜਿਆਂ ਦੇ ਵਿੱਚ ਜਾਂਦਾ ਉੱਥੇ ਵੀ ਵੋਲਵ ਲੱਗਿਆ ਹੁੰਦਾ, ਤਾਂ ਕਿ ਬੈਕ ਫਲੋ ਆ ਜਿਹੜਾ ਬਲੱਡ ਦਾ ਉਹ ਰੋਕਿਆ ਜਾ ਸਕੇ। ਅੱਗੇ ਗੱਲ ਕਰਦੇ ਹਾਂ ਜੀ ਸਾਡੀ ਸਿਸਟੇਮੈਟਿਕ ਸਰਕੂਲੇਸ਼ਨ ਦੀ। ਸਿਸਟੇਮੈਟਿਕ ਸਰਕੂਲੇਸ਼ਨ, ਇਹਨੂੰ ਸਿੰਪਲ ਜਿਹਾ ਇੰਨਾ ਕੁ ਸਮਝ ਲਓ ਕਿ ਲੈਫਟ ਵੈਂਟਰੀਕਲ ਤੋਂ ਖੂਨ ਨਿਕਲ ਕੇ ਜਦੋਂ ਵਾਪਸ ਰਾਈਟ ਔਰੀਕਲ ਤੱਕ ਪਹੁੰਚਦਾ ਤਾਂ ਇਹਨੂੰ ਸਿਸਟੇਮੈਟਿਕ ਸਰਕੂਲੇਸ਼ਨ ਕਹਿ ਦਿੰਦੇ ਹਾਂ ਅਸੀਂ। ਅਤੇ ਕਾਰਡੀਅਕ ਸਰਕੂਲੇਸ਼ਨ ਹੁੰਦਾ ਜੀ ਸਾਡਾ। ਕਾਰਡੀਅਕ ਸਰਕੂਲੇਸ਼ਨ ਸਾਡੇ ਹਾਰਟ ਦੇ ਵਿੱਚ ਕੋਈ ਬਲੱਡ ਹੈ ਜਿਹੜਾ ਉਹ ਕਿਸ ਤਰ੍ਹਾਂ ਟਰੈਵਲ ਕਰਦਾ ਹੈ। ਇੱਕ ਸਾਡਾ ਪਲਮਨਰੀ ਸਰਕੂਲੇਸ਼ਨ ਹੁੰਦਾ ਹੈ। ਪਲਮਨਰੀ ਸਰਕੂਲੇਸ਼ਨ ਹੈ ਜਿਹੜਾ ਉਹ ਅਸੀਂ ਕਹਿੰਦੇ ਹਾਂ ਜੀ ਸਾਡੇ ਪਲਮਨਰੀ ਸਰਕੂਲੇਸ਼ਨ ਅਸੀਂ ਕਹਿੰਦੇ ਹਾਂ ਜਦੋਂ ਗੰਦਾ ਖੂਨ ਹੈ ਜਿਹੜਾ ਸ਼ੁੱਧ ਖੂਨ ਹੈ ਉਹ ਸਾਡਾ ਦਿਲ ਦੇ ਵਿੱਚੋਂ ਫੇਫੜਿਆਂ ਤੱਕ ਜਾਂਦਾ, ਅਤੇ ਫੇਫੜਿਆਂ ਤੋਂ ਸ਼ੁੱਧ ਹੋ ਕੇ ਵਾਪਸ ਦਿਲ ਦੇ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਇਹ ਤੋਂ ਥੋੜ੍ਹਾ ਜਿਹਾ ਤੁਸੀਂ ਸਮਝ ਲਓ ਇਸ ਡਾਇਗਰਾਮ ਤੋਂ ਕਿ ਸਭ ਤੋਂ ਪਹਿਲਾਂ ਡੀਆਕਸੀਜਨੇਟਡ ਬਲੱਡ ਹੈ ਜਿਹੜਾ ਉਹ ਸਾਡੇ ਨੀਚੇ ਹੁੰਦਾ ਰਾਈਟ ਵੈਂਟਰੀਕਲ ਦੇ ਵਿੱਚ। ਇਹ ਤੋਂ ਬਾਅਦ ਫਿਰ ਉਹ ਲੰਗਸ ਦੇ ਵਿੱਚ ਚਲਾ ਜਾਂਦਾ। ਲੰਗਸ ਤੋਂ ਬਾਅਦ ਉਹ ਜਿਹੜਾ ਬਲੱਡ ਹੈ ਸਾਡਾ ਉਹ ਲੈਫਟ ਔਰੀਕਲ ਦੇ ਵਿੱਚ ਆਉਂਦਾ, ਲੈਫਟ ਔਰੀਕਲ ਤੋਂ ਲੈਫਟ ਵੈਂਟਰੀਕਲ ਦੇ ਵਿੱਚ ਆਉਂਦਾ, ਫਿਰ ਲੈਫਟ ਵੈਂਟਰੀਕਲ ਤੋਂ ਬਾਅਦ ਬਾਕੀ ਬੋਡੀ ਦੇ ਵਿੱਚ ਚਲਾ ਜਾਂਦਾ। ਫਿਰ ਉਸ ਤੋਂ ਬਾਅਦ ਹੈ ਜਿਹੜਾ ਉਹ ਇੱਥੋਂ ਦੀ ਆ ਕੇ ਸਾਡਾ ਰਾਈਟ ਔਰੀਕਲ ਦੇ ਵਿੱਚੋਂ ਦੀ ਆ ਕੇ ਸਾਡੇ ਦੁਬਾਰਾ ਉਹੀ ਪ੍ਰੋਸੈਸ ਹੈ ਜਿਹੜਾ ਸਿਸਟੇਮੈਟਿਕ ਸਰਕੂਲੇਸ਼ਨ ਦੁਬਾਰਾ ਸ਼ੁਰੂ ਹੋ ਜਾਂਦਾ। ਹਾਰਟ ਦੇ ਸਾਊਂਡ ਲਬਡਬ ਹੁੰਦੇ ਨੇ, ਹਾਰਟ ਮਰਮਸ। ਅਤੇ ਉਸ ਤੋਂ ਬਾਅਦ ਕਾਰਡੀਅਕ ਕੰਡਕਸ਼ਨ ਸਿਸਟਮ, ਤਾਂ ਇਹ ਸੀਗਾ ਕਿ ਦਿਲ ਦਾ ਆਪਣੇ ਦਾ ਦਿਮਾਗ ਹੁੰਦਾ ਐਸਏ ਨੋਡ, ਜਿਹੜੀ ਕਿ ਕਾਰਡੀਅਕ ਪੇਸਮੇਕਰ ਕਹਿੰਦੇ ਆ। ਸਿਨੋਆਰਟੀਅਲ ਨੋਡ ਇੱਕ ਇਹ ਵੀ ਹੁੰਦੀ ਹੈ ਜਿਹੜਾ ਇਹ ਮੈਸੇਜ ਪੈਦਾ ਕਰਦਾ ਹੈ, ਇਹਨੂੰ ਸਾਰੇ ਦਿਲ ਤੱਕ ਵੰਡਣ ਦਾ ਕੰਮ ਕਰਦੀ ਹੈ। ਐਂਟਰੀਓ ਵੈਂਟਰੀਕਲ ਨੋਡ। ਪਰਕਿੰਜੀ ਫਾਈਬਰ, ਪਰਕਿੰਜੀ ਹੈ ਜਿਹੜੇ ਮਸਲ ਉਹ ਹਾਰਟ ਦੇ ਨਾਲ ਰਿਲੇਟਡ ਨੇ। ਕਈ ਵਾਰੀ ਇਹ ਕੁਐਸਚਨ ਵੀ ਹੈ ਜਿਹੜਾ ਪੁੱਛ ਲਿਆ ਜਾਂਦਾ। ਬਲੱਡ ਪ੍ਰੈਸ਼ਰ ਹੈ ਜਿਹੜਾ ਇੱਕ ਸਿਸਟੋਲਿਕ ਹੁੰਦਾ ਜਿਹਨੂੰ ਵਧੀਆ ਕਹਿੰਦੇ ਆ 120 mmHg ਹੁੰਦਾ। ਡਾਇਸਟੋਲਿਕ ਘਟਿਆ ਹੋਇਆ ਹੁੰਦਾ ਜਿਹੜਾ ਕਿ 180 mmHg ਹੁੰਦਾ। ਉਸ ਤੋਂ ਬਾਅਦ ਬਲੱਡ ਦੀ ਗੱਲ ਕਰਦੇ ਹਾਂ। ਬਲੱਡ ਹੈ ਜਿਹੜਾ ਲਿਕੁਇਡ ਕਨੈਕਟਿਵ ਟਿਸ਼ੂ ਹੈ ਸਾਡਾ, ਜਿਹੜਾ ਕੀ ਕਰਦਾ ਇਹਦੇ ਵਿੱਚ ਪਲਾਜ਼ਮਾ ਹੁੰਦੇ ਨੇ, ਬਲੱਡ ਸੈਲਸ ਹੁੰਦੇ ਨੇ, ਅਤੇ ਇਹ ਕੀ ਕਰਦੇ ਨੇ ਸਾਡੇ ਵੱਖੋ ਵੱਖਰੇ ਭਾਗਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ ਨਿਊਟ੍ਰੀਐਂਟਸ ਨੂੰ। ਕੰਪੋਜੀਸ਼ਨ ਕੀ ਹੈ ਬਲੱਡ ਦੀ ਜੀ? ਪਲਾਜ਼ਮਾ ਹੁੰਦਾ, ਇਸ ਦੇ ਵਿੱਚ ਵਾਈਟ ਬਲੱਡ ਸੈੱਲ ਹੁੰਦੇ ਨੇ, ਪਲੇਟਲੈਟਸ ਹੁੰਦੇ ਨੇ, ਅਤੇ ਰੈੱਡ ਬਲੱਡ ਸੈੱਲ ਹੁੰਦੇ ਨੇ। ਤਾਂ ਇੱਥੋਂ ਟੋਟਲ ਮੇਕਅਪ ਦੇਖ ਲਓ ਬਲੱਡ ਦਾ ਕੀ ਹੈ। ਬਲੱਡ ਦੇ ਵਿੱਚ 55% ਪਲਾਜ਼ਮਾ ਹੁੰਦਾ ਹੈ ਜੀ, 45% ਜਿਹੜੇ ਬਲੱਡ ਸੈਲਸ ਹੁੰਦੇ ਨੇ। ਪਲੇਟਲੈਟਸ ਅਤੇ ਵਾਈਟ ਬਲੱਡ ਸੈਲਸ ਦੀ ਜਿਹੜੀ ਮਾਤਰਾ ਬਹੁਤ ਘੱਟ, ਜਸਟ 1% ਦੇ ਲਗਭਗ ਹੁੰਦੀ ਹੈ। ਪਲਾਜ਼ਮਾ ਦੇ ਵਿੱਚ 7% ਪ੍ਰੋਟੀਨ ਹੁੰਦਾ ਜੀ, 91.5% ਪਾਣੀ ਹੁੰਦਾ, ਅਤੇ ਅਦਰ ਸਬਸਟੈਂਸਿਸ ਨੇ ਜਿਹੜੇ 1.5% ਹੁੰਦੇ ਨੇ। ਇਹਨਾਂ ਦੇ ਵਿੱਚ ਇਲੈਕਟ੍ਰੋਲਾਈਟਸ ਆ ਜਾਂਦੇ ਨੇ, ਨਿਊਟ੍ਰੀਐਂਟਸ ਔਰ ਮਿਨਰਲ ਵਿਟਾਮਿਨਸ ਆ ਜਾਂਦੇ ਨੇ। ਜਿਹੜੇ ਪ੍ਰੋਟੀਨ ਹੈ ਯਾਦ ਰੱਖਿਓ ਸਭ ਤੋਂ ਜ਼ਿਆਦਾ ਸਾਡੇ ਸਰੀਰ 'ਚ ਪਾਇਆ ਜਾਂਦਾ ਹੈ ਐਲਬੂਮਿਨ ਪ੍ਰੋਟੀਨ 55% ਹੈ ਜੀ, ਗਲੋਬੂਲਿਨ ਹੈਗਾ 38%, ਫਾਈਬਰੋਜਨ ਹੈਗਾ 7%। ਅਸੀਂ ਉੱਧਰ ਵਿਟਾਮਿਨ ਕੇ ਵੇਲੇ ਵੀ ਪੜ੍ਹਿਆ ਸੀਗਾ ਕਿ ਇਹ ਕਲੌਟਿੰਗ ਦੇ ਵਿੱਚ ਕੀ ਕਰਦਾ, ਹੈਲਪ ਕਰਦਾ।
ਪਲੇਟਲੈਟਸ ਨੇ ਜਿਹੜੇ, ਇਹਨਾਂ ਨੂੰ ਥਰਮੋਬੋਸਾਈਟ ਵੀ ਕਹਿ ਦਿੰਦੇ ਹਾਂ ਅਸੀਂ। ਵਾਈਟ ਬਲੱਡ ਸੈੱਲ ਇਹਨਾਂ ਨੂੰ ਲਿਊਕੋਸਾਈਟ ਵੀ ਕਹਿ ਦਿੰਦੇ ਹਾਂ। ਵਾਈਟ ਬਲੱਡ ਸੈੱਲ ਨੇ ਜਿਹੜੇ ਸਾਡੇ, ਇਹ ਕੰਮ ਕਰਦੇ ਨੇ ਸਾਡੇ ਸਰੀਰ ਦੇ ਵਿੱਚ ਇਮਿਊਨਿਟੀ ਨੂੰ ਵਧਾਉਣ ਦਾ। ਅਤੇ ਉਸ ਤੋਂ ਬਾਅਦ ਰੈੱਡ ਬਲੱਡ ਸੈੱਲ ਨੇ ਜਿਹੜੇ, ਇਹ ਹੀਮੋਗਲੋਬਿਨ ਕੈਰੀ ਕਰਦੇ ਨੇ, ਜਿਹੜੇ ਕਿ ਹੀਮੋਗਲੋਬਿਨ ਜਿਹੜਾ ਕਿ ਆਇਰਨ ਅਤੇ ਆਕਸੀਜਨ ਤੋਂ ਮਿਲ ਕੇ ਬਣਦਾ। ਸਾਡੇ ਸਰੀਰ ਦੇ ਵਿੱਚ ਆਕਸੀਜਨ ਕੈਰੀਅਰ ਇਕੱਲਾ ਰੈੱਡ ਬਲੱਡ ਸੈੱਲ ਹੈ, ਬਟ ਇਹਦੇ ਵਿੱਚ ਕੋਈ ਵੀ ਨਿਊਕਲੀਅਸ ਹੈ ਜਿਹੜਾ ਉਹ ਰੈੱਡ ਬਲੱਡ ਸੈੱਲ ਦੇ ਵਿੱਚ ਨਹੀਂ ਪਾਇਆ ਜਾਂਦਾ। ਇਹ ਸਾਰੇ ਸੈੱਲਸ ਨੇ ਜਿਹੜੇ, ਇਹ ਸਾਡੀ ਬੋਨ ਮੈਰੋ ਦੇ ਵਿੱਚ ਪ੍ਰੋਡਿਊਸ ਹੁੰਦੇ ਨੇ। ਰੀਜ਼ਰ ਮੋਰਟਿਸ ਇੱਕ ਸਥਿਤੀ ਹੈ ਜਦੋਂ ਸਾਡੇ ਸਰੀਰ, ਸਾਡੀ ਡੈਥ ਹੋ ਜਾਂਦੀ ਹੈ ਤਾਂ ਸਾਡੇ ਜਿਹੜੇ ਮਸਲਸ ਨੇ ਉਹ ਕੰਟਰੈਕਟ ਹੋ ਜਾਂਦੇ ਨੇ। ਜੇ ਤੁਸੀਂ ਕੋਈ ਮਰਿਆ ਹੋਇਆ ਬੰਦਾ ਦੇਖਿਆ ਹੋਏਗਾ ਤਾਂ ਉਹਦੇ ਮਸਲਸ ਨੇ ਜਿਹੜੇ ਸਾਡੇ ਕੰਟਰੈਕਟ ਹੋਏ ਮਿਲਣਗੇ ਤੁਹਾਨੂੰ, ਤਾਂ ਉਸ ਸਥਿਤੀ ਨੂੰ ਅਸੀਂ ਕਹਿ ਦਿੰਦੇ ਹਾਂ ਰੀਜ਼ਰ ਮੋਰਟਿਸ, ਕਿਉਂਕਿ ਸਾਡੀ ਬੋਡੀ ਦੇ ਵਿੱਚ ਹੋਰ ਸਮਰੱਥਾ ਨਹੀਂ ਹੁੰਦੀ ਕਿ ਅਸੀਂ ਦੁਬਾਰਾ ਮਸਲਸ ਨੂੰ ਰਿਲੈਕਸ ਕਰ ਸਕੀਏ। ਐਰੀਰਿਦਮੀਆ, ਇਹ ਸਾਡੇ ਹਾਰਟ ਦੀ ਇਰੈਗੂਲਰ ਹਾਰਟ ਬੀਟਸ ਹੁੰਦੀਆਂ ਨੇਗੀਆਂ, ਤਾਂ ਇਹਦੇ 'ਚ ਟਾਕੀਕਾਰਡੀਆ ਅਤੇ ਬ੍ਰੈਡੀਕਾਰਡੀਆ ਆ ਜਾਂਦੇ ਨੇ। ਜੇਕਰ ਸਾਡੇ ਦਿਲ ਦੀ ਹਾਰਟ ਰੇਟ ਨੋਰਮਲ ਤੋਂ ਵਧੀ ਹੋਵੇ ਜਾਂ ਘਟੀ ਹੋਵੇ ਤਾਂ ਹਾਰਟ ਦੀਆਂ ਪ੍ਰੋਬਲਮਸ ਨੇ ਇਹ। ਤਾਂ ਹੈਲਥ ਆ ਗਈ। ਹੈਲਥ ਦੇ ਵਿੱਚ ਬਸ ਇਹ ਜਾਂ ਸਟੇਜ ਯਾਦ ਰੱਖਿਓ ਕਿ 7 ਅਪ੍ਰੈਲ 1948 ਹੈ ਜਿਹੜਾ ਇਹ WHO ਦੀ ਸਥਾਪਨਾ ਹੋਈ ਸੀ। 7 ਅਪ੍ਰੈਲ ਨੂੰ ਅਸੀਂ ਵਰਲਡ ਹੈਲਥ ਡੇ ਮਨਾਉਂਦੇ ਹਾਂ। ਇਹ ਡੈਫੀਨੇਸ਼ਨ ਹੈ, ਇਹਨੂੰ ਤੁਸੀਂ ਇੱਕ ਵਾਰ ਪੜ੍ਹ ਲਿਓ। ਅੱਗੇ ਆ ਗਈ ਜੀ ਸਾਡੀ ਹੈਲਥ ਵਰਡ ਹੈ ਜਿਹੜਾ ਹੇਲ ਤੋਂ ਲਿਆ ਗਿਆ, ਜਿਹਦਾ ਮਤਲਬ ਹੈਗਾ ਹੋਲਨੈਸ। ਅਤੇ ਵਰਡ ਕਾਹਦਾ ਹੈ, ਇੱਕ ਇੰਗਲਿਸ਼ ਦਾ ਵਰਡ ਹੈ। ਅੱਗੇ ਪੋਸਚਰਲ ਡਿਫੋਮੋਰਟਿਸ ਦੀ ਗੱਲ ਕਰਦੇ ਹਾਂ ਜੀ। ਪੋਸਚਰਲ ਡਿਫੋਮੋਰਟਿਸ ਨੇ ਜਿਹੜੀਆਂ, ਜਦੋਂ ਸਾਡੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਹੱਡੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ, ਉਸ ਨੂੰ ਪੋਸਚਰ ਡਿਫੋਮੋਰਟਿਸ ਕਹਿੰਦੇ ਆ। ਅਤੇ ਪੋਸਟਰਲ ਡਿਫੋਮੋਰਟੀ ਦੇ ਵਿੱਚ ਸਭ ਤੋਂ ਪਹਿਲਾਂ ਕਾਈਫੋਸਿਸ ਆ ਜਾਂਦੀ ਹੈ। ਕਾਈਫੋਸਿਸ ਇਹ ਨੋਰਮਲ ਸਪਾਈਨ ਹੈ, ਦੇਖੋ ਇੱਥੋਂ ਕਿ ਇਹਦੇ ਵਿੱਚ ਝੁਕਾਅ ਪੈ ਗਿਆ ਅਤੇ ਇਹਦਾ ਐਂਗਲ ਸੀਗਾ ਸ਼ਾਇਦ 30 ਤੋਂ 45 ਡਿਗਰੀ ਦੇ ਵਿੱਚ ਜੇ ਹੈਗੀ ਹੈ ਤਾਂ ਨੋਰਮਲ ਹੈ, ਜੇ ਉਹ ਤੋਂ ਵੱਧਦਾ ਜਾਂ ਘੱਟਦਾ ਤਾਂ ਕਾਈਫੋਟਿਕ ਸਪਾਈਨ ਕਹਿ ਦਿੰਦੇ ਹਾਂ। ਤਾਂ ਇਹ ਰੀੜ੍ਹ ਦੀਆਂ ਹੱਡੀਆਂ ਦੀਆਂ ਸਾਡੀਆਂ ਡਿਫੋਮੋਰਟੀਸ ਹੈਗੀਆਂ ਨੇ। ਲੋਰਡੋਸਿਸ ਆ ਗਈ। ਲੋਰਡੋਸਿਸ ਸਾਡੇ ਨੀਚੇ ਜਿਹੜਾ ਇਹ ਪਾਰਟ ਹੈਗਾ, ਲੂੰਬਰ ਰੀਜਨ ਹੈਗਾ ਜਿਹੜਾ ਸਾਡਾ, ਤਾਂ ਸਾਡੀ ਜਿਹੜੀ ਰੀੜ੍ਹ ਦੀ ਹੱਡੀ ਹੈ ਬੇਸਿਕਲੀ ਇਹਨੂੰ ਅਸੀਂ ਕੁਛ ਭਾਗਾਂ ਦੇ ਵਿੱਚ ਵੰਡਿਆ ਹੁੰਦਾ, ਜਿਵੇਂ ਕਿ ਸਰਵਾਈਕਲ ਹੈ ਜਿਹੜਾ, ਉਹਦੇ ਵਿੱਚ 7 ਬੋਨਸ ਹੁੰਦੀਆਂ ਨੇ। ਉਸ ਤੋਂ ਬਾਅਦ ਥਰੋਕੀਕ ਰੀਜਨ ਆ ਜਾਂਦਾ, ਉਹਦੇ ਵਿੱਚ 12 ਹੁੰਦੀਆਂ ਨੇ। ਫਿਰ ਲੂੰਬਰ ਆ ਜਾਂਦਾ, ਉਹ 'ਚ 5 ਹੱਡੀਆਂ ਹੁੰਦੀਆਂ ਨੇ। ਦੈਨ ਸੈਕਰਮ ਆ ਜਾਂਦਾ ਜੀ, ਉਹਦੇ ਵਿੱਚ 1 ਹੁੰਦੀ ਹੈ। ਅਤੇ ਦੈਨ ਕੋਕੈਕਸ ਆ ਜਾਂਦਾ, ਉਹਦੇ ਵਿੱਚ ਵੀ 1 ਹੁੰਦੀ ਹੈ। ਤਾਂ ਜਿਹੜੀ ਨੋਰਮਲ ਸਪਾਈਨ ਆ ਉਹ ਕੁਛ ਐਵੇਂ ਹੁੰਦੀ ਹੈ, ਪਰ ਲੂੰਬਰ ਰੀਜਨ ਦੇ ਵਿੱਚ ਇਹ ਜਿਹੜਾ ਗੈਪ ਹੈ ਇਹ ਜ਼ਿਆਦਾ ਵੱਧ ਜਾਂਦਾ, ਜਿਹਨੂੰ ਅਸੀਂ ਸਵੇ ਬੈਕ ਵੀ ਬੋਲ ਦਿੰਦੇ ਹਾਂ। ਤਾਂ ਲੋਰਡੋਸਿਸ ਵੀ ਕਾਹਦੀ ਪ੍ਰੋਬਲਮ ਹੈ ਸਾਡੀ, ਇਹ ਵੀ ਹੈਗੀ ਹੈ ਸਾਡੀ ਰੀੜ੍ਹ ਦੀ ਹੱਡੀ ਦੀ। ਅੱਗੇ ਸਾਡੇ ਕੋਲ ਆ ਗਿਆ ਜੀ ਸਕੋਲੀਓਸਿਸ। ਸਕੋਲੀਓਸਿਸ ਦੇ ਵਿੱਚ ਦੇਖੋ, ਜੇਕਰ ਤੁਸੀਂ ਫਰੰਟ ਤੋਂ ਦੇਖੋਗੇ ਤਾਂ ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਨਜ਼ਰ ਆਏਗੀ, ਪਰ ਜੇਕਰ ਇਹਦੇ ਟੇਢੀ ਹੋ ਜਾਂਦੀ ਹੈ ਇਸ ਤਰ੍ਹਾਂ ਨਾਲ, ਸੀ ਕਰਵ ਬਣ ਜਾਂਦੀ ਹੈ ਜਾਂ ਐਸ ਕਰਵ ਬਣ ਜਾਂਦੀ ਹੈ, ਤਾਂ ਇਸ ਨੂੰ ਅਸੀਂ ਦਿੰਦੇ ਹਾਂ, ਟਰਮ ਕਰਦੇ ਹਾਂ ਸਕੋਲੀਓਸਿਸ। ਕਈ ਵਾਰੀ ਜਿਹੜੀ ਸਾਡੀ ਹੈਗੀ ਹੈ ਜੀ ਕਾਈਫੋਸਿਸ ਅਤੇ ਲੋਰਡੋਸਿਸ ਕਈ ਵਾਰੀ ਇਕੱਠੀਆਂ ਵੀ ਹੋ ਜਾਂਦੀਆਂ ਨੇ, ਉਹਨੂੰ ਅਸੀਂ ਕਾਈਫੋਸਿਸ ਜਾਂ ਲੋਰਡੋਸਿਸ ਦੋਨੋਂ ਵਰਡ ਹੈ ਜਿਹੜੇ ਅਸੀਂ ਇਕੱਠੇ ਯੂਜ਼ ਕਰਦੇ ਹਾਂ ਇਸ ਦੇ ਲਈ। ਅੱਗੇ ਸਕੋਲੀਓਸਿਸ ਤੋਂ ਅੱਗੇ ਡਿਫੋਮੋਰਟੀਜ਼ ਆ ਗਈਆਂ। ਸਾਡੇ ਫਲੈਟ ਫੁੱਟ ਹੋ ਸਕਦੇ ਨੇ, ਇਸ ਦਾ ਦੂਸਰਾ ਨਾਮ ਪੜ੍ਹ ਲਿਓ, ਪੈਸਪਲਾਨਸ ਹੈਗਾ ਜੀ। ਨੋਕ ਨਹੀਂ ਹੋ ਸਕਦੇ ਨੇ, ਜ਼ੈਨੂਬੈਲਗਮ ਕਹਿੰਦੇ ਹਾਂ ਅਸੀਂ। ਬੋਲੈਕਸ ਹੋ ਸਕਦੇ ਨੇ, ਜ਼ੈਨੂਬੈਰਮ ਕਹਿੰਦੇ ਹਾਂ। ਫਲੈਟ ਚੈਸਟ ਹੋ ਸਕਦੀ ਹੈ ਜੀ, ਪਿਜਨ ਚੈਸਟ ਕਬੂਤਰ ਛਾਤੀ ਹੋ ਸਕਦੀ ਹੈ। ਡਿਪਰੈਸਡ ਚੈਸਟ ਦਬੀ ਹੋਈ ਛਾਤੀ ਹੋ ਸਕਦੀ ਹੈ। ਬੈਂਟ ਨੈਕ ਵਿੰਗੀ ਧੌਣ ਹੋ ਸਕਦੀ ਹੈ। ਉਸ ਤੋਂ ਬਾਅਦ ਡਿਸਆਰਡਰ ਜਾਂ ਡਿਸੇਬਿਲਿਟੀਆਂ ਕਿਹੜੀਆਂ ਹੋ ਸਕਦੀਆਂ ਨੇ। ਐਂਥਰਾਕੋਸਿਸ ਜਿਹੜੇ ਕੋਲੇ ਦੀਆਂ ਖਾਣਾਂ 'ਚ ਕੰਮ ਕਰਦੇ ਨੇ, ਐਂਥਰਾਕੋਸਿਸ ਹੋ ਸਕਦਾ। ਸਿਲਿਕੋਸਿਸ ਜਿਹੜੇ ਸਿਲਿਕਾ ਦੀਆਂ ਵੈਲੀਜ਼ 'ਚ ਕੰਮ ਕਰਦੇ ਨੇ, ਸਿਲਿਕਾ ਦੇ ਕਣ ਅੰਦਰ ਜਾ ਸਕਦੇ ਨੇ। ਸਾਈਡਰੋਸਿਸ ਜਿਹੜੇ ਲੋਹੇ ਦਾ ਕੰਮ ਕਰਦੇ ਨੇ, ਲੋਹੇ ਦੇ ਕਣ ਅੰਦਰ ਜਾਣ ਨਾਲ ਬਿਮਾਰੀ ਲੱਗ ਸਕਦੀ ਹੈ। ਸ਼ੀਸ਼ੇ ਦਾ ਜ਼ਹਿਰ ਹੋ ਸਕਦਾ, ਕੈਂਸਰ ਅਸਟਮਾ ਹੋ ਸਕਦਾ। ਬਿਸਨੋਸਿਸ ਜਿਹੜੇ ਰੂੰ ਦੇ ਜਾਂ ਕੱਪੜੇ ਬਣਾਉਣ ਦੇ ਕਾਰਖਾਨਿਆਂ 'ਚ ਕੰਮ ਕਰਦੇ ਨੇ, ਉਹਨਾਂ ਨੂੰ ਬਿਸਨੋਸਿਸ ਹੋ ਸਕਦਾ। ਡਿਸਆਰਡਰਸ ਕਿਹੜੇ ਨੇ ਜੀ। ਡਾਇਸਲੈਕਸੀਆ ਹੈਗਾ, ADHD ਦੀ ਫੁੱਲ ਫਾਰਮ ਹੈਗੀ ਅਟੈਂਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ। SPD ਹੈਗਾ ਸੈਂਸਰੀ ਪ੍ਰੋਸੈਸਿੰਗ ਡਿਸਆਰਡਰ। ਔਡ ਹੈਗਾ ਓਪੋਜੀਸ਼ਨਲ ਡਿਫਾਈਨਡ ਡਿਸਆਰਡਰ। OCD ਹੈਗੀ ਹੈ ਜੀ ਓਬਸੈਸਿਵ ਕੰਪਲਸਿਵ ਡਿਸਆਰਡਰ। MPD ਹੈਗਾ ਮਲਟੀਪਲ ਪਰਸਨੈਲਿਟੀ ਡਿਸਆਰਡਰ। ਡਾਇਸਕੈਲਕੁਲੀਆ ਹੈਗਾ, ਡਾਇਸਗ੍ਰਾਫੀਆ ਹੈਗਾ, ਡਾਇਸਪ੍ਰੈਕਸੀਆ ਹੈਗਾ, ਜਿਹਨੂੰ ਅਸੀਂ ਲੈਕ ਆਫ ਕੋਆਰਡੀਨੇਸ਼ਨ ਕਹਿ ਦਿੰਦੇ ਹਾਂ। ਤਾਂ MPD ਦੇ ਵਿੱਚ ਇੱਕ ਬੰਦੇ ਦੇ ਵਿੱਚ ਬਹੁਤ ਸਾਰੇ ਜਿਹੜੇ ਪਰਸਨੈਲਿਟੀਆਂ ਨੇ ਉਹ ਕਈ ਵਾਰ ਆ ਜਾਂਦੇ ਨੇ, ਜਿਹਨੂੰ ਅਸੀਂ ਭੂਤ ਆਉਣਾ ਕਹਿ ਦਿੰਦੇ ਹਾਂ। ਡਾਇਸਕੈਲਕੁਲੀਆ ਕੈਲਕੂਲੇਸ਼ਨ ਦੇ ਵਿੱਚ ਪ੍ਰੋਬਲਮ ਹੈ। ਗ੍ਰਾਫੀਆ ਲਿਖਣ ਦੇ ਵਿੱਚ ਪ੍ਰੋਬਲਮ ਹੈਗੀ ਹੈ। ADHD ਅਟੈਂਸ਼ਨ ਦੇ ਵਿੱਚ ਪ੍ਰੋਬਲਮ ਹੈਗੀ ਹੈ। ਡਾਇਸਲੈਕਸੀਆ ਵੀ ਲਿਖਣ ਦੇ ਵਿੱਚ ਪ੍ਰੋਬਲਮ ਹੈ। ਸੈਂਸਰੀ ਪ੍ਰੋਸੈਸਿੰਗ ਡਿਸਆਰਡਰ, ਤੁਹਾਨੂੰ ਕੋਈ ਚੀਜ਼ ਸਮਝਣ ਦੇ ਵਿੱਚ ਦਿੱਕਤ ਆ ਰਹੀ ਹੈ, ਬਾਹਰਲੀ ਇਨਫੋਰਮੇਸ਼ਨ ਨੂੰ ਪ੍ਰੋਸੈਸ ਨਹੀਂ ਕਰ ਪਾ ਰਹੇ। ਔਡ ਦਾ ਮਤਲਬ ਹੁੰਦਾ ਤੁਸੀਂ ਕਿਸੇ ਸਾਹਮਣੇ ਵਾਲੇ ਬੰਦੇ ਦੇ ਨਾਲ ਜਾਂ ਸਮਾਜ ਦੇ ਵਿੱਚ ਵਿਚਰ ਨਹੀਂ ਸਕਦੇ। ਇੱਕ ASD ਹੁੰਦਾ ਹੈ ਆਟਿਜ਼ਮ ਸਪੈਕਟਰਮ ਡਿਸਆਰਡਰ, ਉਹਦੇ ਵਿੱਚ ਵੀ ਸੇਮ ਪ੍ਰੋਬਲਮ ਸਾਨੂੰ ਆਉਂਦੀ ਹੈ। ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਜੀ, ਜਿਹੜੀ ਅਸੀਂ ਜਲਦੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਇੱਕ ਰਿਵੀਜ਼ਨ ਦੇ ਲਈ ਅਸੀਂ ਇਹ ਬਣਾਈ ਸੀਗੀ ਅੱਜ। ਅਤੇ
ਇੱਕ ਐਕਸਕ੍ਰੀਟਰੀ ਸਿਸਟਮ ਹੈ ਜਿਹੜਾ ਸਾਡਾ, ਉਹ ਪਹਿਲਾਂ ਵੀ ਰਹਿ ਗਿਆ ਸੀ, ਇਸ ਵਾਰ ਵੀ ਰਹੇਗਾ। ਐਕਸਕ੍ਰੀਟਰੀ ਸਿਸਟਮ ਹੈ ਜਿਹੜਾ ਬੇਸਿਕਲੀ ਉਹਦਾ ਐਕਸਕ੍ਰੀਸ਼ਨ ਦਾ ਮਤਲਬ ਹੁੰਦਾ ਕਿ ਸਾਡੇ ਸਰੀਰ ਦੇ ਵੇਸਟ ਪ੍ਰੋਡਕਟ ਕੱਢਣ ਦੇ ਲਈ ਬਣਾਇਆ ਗਿਆ ਸਿਸਟਮ ਹੈ ਨਾ ਇੱਕ। ਤਾਂ ਸਾਡੀ ਬਾਡੀ ਹੈ ਜਿਹੜੀ, ਜਦੋਂ ਕੋਈ ਅਸੀਂ ਉਹਦੇ ਵਿੱਚ ਕੋਈ ਚੀਜ਼ ਦੀ ਕੰਜ਼ੰਪਸ਼ਨ ਕਰਦੇ ਹਾਂ, એનર્ਜੀ ਪ੍ਰੋਡਿਊਸ ਕਰਦੇ ਹਾਂ, ਤਾਂ ਬਹੁਤ ਸਾਰੇ ਵੇਸਟ ਪ੍ਰੋਡਕਟ ਨੇ ਜਿਹੜੇ ਉਹ ਵੀ ਸਾਡੇ ਸਰੀਰ ਦੇ ਅੰਦਰ ਬਚ ਜਾਂਦੇ ਨੇ। ਤਾਂ ਉਹਨਾਂ ਨੂੰ ਬਾਹਰ ਕੱਢਣ ਦਾ ਜ਼ਰੀਆ ਸਾਡੀ ਸਕਿਨ ਹੋ ਸਕਦੀ ਹੈ ਜਾਂ ਫਿਰ ਸਾਡੀ ਕਿਡਨੀਜ਼ ਹੋ ਸਕਦੀਆਂ ਨੇ, ਹੈ ਨਾ। ਅਤੇ ਕਿਡਨੀਜ਼ ਤੋਂ ਬਾਅਦ ਕਿਡਨੀਜ਼ ਨੇ ਜਿਹੜੀਆਂ ਮੇਨ ਰੋਲ ਪਲੇ ਕਰਦੀਆਂ ਨੇ। ਕਿਡਨੀਜ਼ ਦੇ ਵਿੱਚ ਜਿਹੜਾ ਪਾਰਟ ਹੁੰਦਾ ਜੀ ਨੈਫਰੋਨ, ਇੱਕ ਕਿਡਨੀ ਵਿੱਚ 10 ਲੱਖ ਨੈਫਰੋਨ ਹੁੰਦੇ ਨੇ, 1 ਮਿਲੀਅਨ। ਤਾਂ ਨੈਫਰੋਨਸ ਨੇ ਜਿਹੜੇ ਉਹ ਬਲੱਡ ਨੂੰ ਲਗਾਤਾਰ ਫਿਲਟਰ ਕਰਦੇ ਰਹਿੰਦੇ ਨੇ। ਤਾਂ ਬਲੱਡ ਨੂੰ ਫਿਲਟਰ ਹੈ ਜਿਹੜਾ ਉਹ ਕਰਨ ਤੋਂ ਬਾਅਦ ਉਹਦੇ ਵਿੱਚੋਂ ਜਿਹੜਾ ਯੂਰੀਆ ਜਾਂ ਜਿਹੜੇ ਅਨਵਾਂਟਡ ਓਬਜੈਕਟਸ ਹੈਗੇ ਨੇ, ਸਬਸਟੈਂਸਿਸ ਹੈਗੇ ਨੇ, ਉਹਨਾਂ ਨੂੰ ਬਾਹਰ ਕੱਢਣ ਦੇ ਲਈ ਪਿਊਰੀਫਾਈ ਕਰਨ ਤੋਂ ਬਾਅਦ ਉਹ ਯੂਰਿਨ ਦੇ ਰਾਹੀਂ ਲਗਭਗ 1 ਤੋਂ 1.5 ਲੀਟਰ ਜਿਹੜਾ ਡੇਲੀ ਆ ਉਹ ਐਕਸਟਰਾ ਵਾਟਰ ਹੈ ਜਿਹੜਾ ਉਹ ਬਾਹਰ ਰਿਲੀਜ਼ ਕਰਾਉਣ ਦਾ ਕੰਮ ਕਰਦੀ ਹੈ। ਤਾਂ ਉਹ ਉਹਦੇ ਵਿੱਚ ਉਹਨਾਂ ਨੂੰ ਸੁੱਟ ਦਿੰਦੀ ਹੈ ਕਿਡਨੀ, ਅਤੇ ਉਹਨਾਂ ਨੂੰ ਅਸੀਂ ਯੂਰਿਨ ਦੇ ਰਾਹੀਂ ਬਾਹਰ ਕੱਢ ਦਿੰਦੇ ਹਾਂ। ਤਾਂ ਇਹਦੇ ਜਿਹੜੇ 3 ਪਾਰਟ ਨੇ, ਆਪਾਂ ਲਾਸਟ ਵੀਡੀਓ ਦੇ ਵਿੱਚ ਵੀ 3 ਪਾਰਟ ਸੀ ਜਿਹੜੇ ਇਹਦੇ ਐਕਸਪਲੇਨ ਕੀਤੇ ਸੀਗੇ ਕਿ ਕਿਵੇਂ ਰੀਓਬਜ਼ਰਵ ਕਰਦਾ, ਕਿਵੇਂ ਸੀਕ੍ਰੇਟ ਕਰਦਾ ਅਤੇ ਕਿਵੇਂ ਉਹ ਫਿਲਟਰ ਕਰਦਾ। GFR ਜਿਹੜਾ ਅਸੀਂ ਪੜ੍ਹਿਆ ਸੀਗਾ, ਗਲੋਮੈਰੂਲਰ ਫਿਲਟਰੇਸ਼ਨ ਰੇਟ ਸੀਗਾ, ਹੈ ਨਾ। ਅਤੇ ਕਿਡਨੀ ਆ ਜਿਹੜੀ ਲਗਭਗ ਇੱਕ ਦਿਨ ਦੇ ਵਿੱਚ 180 ਲੀਟਰ ਹੈ ਜਿਹੜਾ ਬਲੱਡ ਹੈ ਉਹ ਸਭ ਪਿਊਰੀਫਾਈ ਕਰਦੀ ਹੈ। ਅਤੇ ਇਸ ਦੇ ਨਾਲ ਹੀ ਜੇ ਅਸੀਂ ਦੇਖੀਏ, ਸਕਿਨ ਹੈ ਜਿਹੜੀ, ਇਹਦੇ ਵਿੱਚ ਸਵੈਟ ਗਲੈਂਡਸ ਹੁੰਦੀਆਂ ਨੇ, ਤਾਂ ਜਿਹੜੀਆਂ ਮੁੜਕੇ ਨੂੰ ਬਾਹਰ ਕੱਢਣ ਦਾ ਕੰਮ ਕਰਦੀਆਂ ਨੇ। ਮੁੜਕੇ ਦੇ ਰਾਹੀਂ ਵੀ ਅਸੀਂ ਸਾਡੇ ਪਸੀਨੇ ਦੇ ਰਾਹੀਂ ਵੀ ਬਹੁਤ ਸਾਰੇ ਜਿਹੜੇ ਅਨਵਾਂਟਡ ਸਬਸਟੈਂਸਿਸ ਨੇ ਉਹਨਾਂ ਨੂੰ ਬਾਹਰ ਕੱਢਦੇ ਹਾਂ। ਇੱਕ ਸਾਡਾ ਐਕਸਕ੍ਰੀਟਰੀ ਸਿਸਟਮ ਦੇ ਵਿੱਚ ਅਸੀਂ ਸਾਡੇ ਲੰਗਸ ਨੂੰ ਵੀ ਲੈ ਸਕਦੇ ਹਾਂ, ਜਿਹੜਾ ਕਿ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ ਦਾ ਕੰਮ ਕਰਦਾ। ਇਸ ਤੋਂ ਬਿਨਾਂ ਇੱਕ ਸਾਡੇ ਕੋਲ ਹੈਗਾ ਜੀ ਇਮਿਊਨਿਟੀ ਸਿਸਟਮ ਹੈਗਾ। ਇਮਿਊਨਿਟੀ ਸਿਸਟਮ ਬਾਰੇ ਜਿਹੜਾ ਵਾਈਟ ਬਲੱਡ ਸੈੱਲ ਨੇ ਉਹੀ ਨੇ। ਵਾਈਟ ਬਲੱਡ ਸੈੱਲ ਪੜ੍ਹ ਲਿਓ ਇੱਕ ਵਾਰ। ਵਾਈਟ ਬਲੱਡ ਸੈੱਲ ਨੇ ਜਿਹੜੇ ਉਹ ਇਮਿਊਨਿਟੀ ਨੂੰ ਬਰਕਰਾਰ ਰੱਖਣ ਦਾ ਕੰਮ ਕਰਦੇ ਨੇ। ਬੇਸਿਕਲੀ ਵਾਈਟ ਬਲੱਡ ਸੈੱਲ ਜਿਹਨੂੰ ਅਸੀਂ ਲਿਊਕੋਸਾਈਟ ਕਹਿੰਦੇ, ਉਹਨਾਂ ਦੇ ਫਰਦਰ 5 ਪਾਰਟ ਹੁੰਦੇ ਨੇ। 5 ਤਰ੍ਹਾਂ ਦੇ ਵਾਈਟ ਬਲੱਡ ਸੈੱਲ ਪਾਏ ਜਾਂਦੇ ਨੇ, ਤਾਂ ਉਹ 5 ਦਾ ਅਲੱਗ-ਅਲੱਗ ਸਾਡੇ ਸਰੀਰ ਦੇ ਵਿੱਚ ਕੰਮ ਹੈਗਾ। ਤਾਂ ਅੱਜ ਦੀ ਵੀਡੀਓ ਦੇ ਲਈ ਇੰਨੀ ਹੈ ਜੀ, ਥੈਂਕ ਯੂ। ਬਾਕੀ ਜਿਹੜਾ ਕੋਈ ਥੋੜ੍ਹਾ ਬਹੁਤ ਹੋਰ ਰਹਿ ਗਿਆ, ਅਸੀਂ ਜਲਦੀ ਕੋਸ਼ਿਸ਼ ਕਰਾਂਗੇ ਉਹਦੀ ਵੀ ਵੀਡੀਓ ਬਣਾਉਣ ਦੀ। ਤਾਂ ਆਪਣੇ ਕੌਮੈਂਟਸ ਸਾਨੂੰ ਜ਼ਰੂਰ ਦਿਆ ਕਰੋ ਜੀ ਵੱਧ ਤੋਂ ਵੱਧ। ਸਾਡਾ ਅਤੇ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਅਤੇ ਸ਼ੇਅਰ ਐਂਡ ਸਬਸਕ੍ਰਾਈਬ ਕਰਾਓ, ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਨੇ ਜਿਹੜੀਆਂ ਅਸੀਂ ਲਗਾਤਾਰ ਬਣਾਉਂਦੇ ਰਹੀਏ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ UGC ਨੈੱਟ ਦੇ ਲਈ ਵੀ ਪ੍ਰੈਪਰੇਸ਼ਨ ਹੈ ਜਿਹੜੀ ਬਿਲਕੁਲ ਫ੍ਰੀ ਦੇ ਵਿੱਚ ਤੁਹਾਨੂੰ ਦੇਣ ਦੀ ਇਸੇ ਪਲੇਟਫਾਰਮ ਦੇ ਉੱਪਰ ਕੋਸ਼ਿਸ਼ ਕਰਾਂਗੇ। ਧੰਨਵਾਦ।